ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਜੀ ਆਇਆਂ ਨੂੰ, ਜੀ ਆਇਆਂ ਨੂੰ, ਜੀ ਆਇਆਂ ਨੂੰ। ਸ਼ੁਕਰ ਹੈ ਆਪ ਜੀ ਦੇ ਦਰਸ਼ਨ ਹੋ ਰਹੇ ਨੇ ਸੰਗਤਾਂ ਦੇ। ਬੰਦੀ ਛੋੜ ਦਿਵਸ ਦੀਵਾਲੀ ਵਾਲੇ ਦਿਨ ਮਨਾਇਆ ਜਾਂਦਾ ਨਾ। ਲੋਕ ਮਨਾਉਂਦੇ ਨੇ ਦੀਵਾਲੀ, ਇਹ ਭਾਰਤ ਦਾ ਇਹ ਕਲਚਰ ਰਿਹਾ, ਉਹਦੇ ਵਿੱਚ ਦੀਵਾਲੀ ਮਨਾਈ ਜਾਂਦੀ ਸੀ। ਤੋ ਸਿੱਖ ਧਰਮ ਦੇ ਵਿੱਚ ਬੰਦੀ ਛੋੜ ਦਿਵਸ ਮਨਾਇਆ ਜਾਂਦਾ। ਬੰਦੀ ਛੋੜ ਜਿਹੜਾ ਬੰਧਨਾਂ ਤੋਂ ਸਾਨੂੰ ਛੁਡਾ ਦੇਵੇ, ਉਹਨੂੰ ਬੰਦੀ ਛੋੜ ਕਿਹਾ ਜਾਂਦਾ ਹੈ। ਦੋ ਹੀ ਜਾਣੇ ਬੰਦੀ ਛੋੜ ਨੇ, ਇੱਕ ਅਕਾਲ ਪੁਰਖ ਪਾਰ ਬ੍ਰਹਮ ਪਰਮਾਤਮਾ, ਇੱਕ ਸਤਿਗੁਰ ਜੀ। ਇਹ ਬਾਣੀ ਦੇ ਨਿਰਣੇ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ। ਜਿਹੜਾ ਨਿਰੰਕਾਰ ਆ ਨਾ, ਉਹ ਬੰਦੀ ਛੋੜ ਨੇ, ਉਹ ਸਾਨੂੰ ਸਾਡੇ ਬੰਧਨਾਂ ਤੋਂ ਸਾਨੂੰ ਮੁਕਤ ਕਰ ਦਿੰਦੇ ਨੇ। ਔਰ ਦੁਖਦਾਰੀ ਵੀ ਆ, ਦੁੱਖਾਂ ਦੇ ਵਿੱਚ ਦਾਰੂ ਦਾ ਕੰਮ ਵੀ ਕਰਦੇ ਨੇ ਨਿਰੰਕਾਰ ਜੀ ਪਰਮਾਤਮਾ, ਪਾਰ ਬ੍ਰਹਮ ਪਰਮਾਤਮਾ। ਗਈ ਬਹੋੜ, ਜਿਹੜੀ ਚੀਜ਼ ਸਾਡੀ ਗਵਾਚੀ ਹੋਈ ਹੈ, ਮਤਲਬ ਆਪਣੇ ਸੈਲਫ ਨਾਲੋਂ ਅਸੀਂ ਦੂਰ ਹੋਏ, ਆਤਮਾ ਕਹਿ ਲਓ, ਰੂਹ ਕਹਿ ਲਓ, ਅੰਦਰ ਬੈਠਾ ਸੱਚ ਕਹਿ ਲਓ, ਪਰਮਾਤਮਾ ਉਹਦੇ ਨਾਲ ਵੀ ਸਾਨੂੰ ਮਿਲਾਂਦਾ। ਤੋ ਸਾਨੂੰ ਬੰਧਨਾਂ ਤੋਂ ਮੁਕਤ ਕਰਕੇ ਆਪਣੇ ਸੱਚ ਤੱਕ, ਆਪਣੇ ਨਿੱਜ ਘਰ ਤੱਕ ਪਰਮਾਤਮਾ ਸਾਨੂੰ ਲੈ ਜਾਂਦਾ। ਦੂਸਰਾ ਜਿਹੜਾ ਸਤਿਗੁਰ ਬੰਦੀ ਛੋੜਿਆ, ਕਿੰਨਾ ਅੱਜ ਕੱਲ੍ਹ ਆਪ ਜੀ ਨੇ ਕੀਰਤਨ ਜਦੋਂ ਸਰਵਣ ਕੀਤਾ ਹੋਗਾ, ਕਿੰਨੀ ਵਾਰ ਇਹ ਸ਼ਬਦ ਲੱਗਿਆ। ਹਰਿਮੰਦਰ ਸਾਹਿਬ ਤੋਂ ਵੀ ਹੋਰ ਕਿੰਨੀ ਜਗ੍ਹਾ ਕੀਰਤਨੀਆਂ ਜਥਿਆਂ ਨੇ ਇਹ ਗਾਇਆ ਬੜੇ ਪ੍ਰੇਮ ਦੇ ਨਾਲ ਕਿ ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੇ ਓਡੀਨਾ। ਸਤਿਗੁਰ ਜਿਹੜਾ ਉਹ ਬੰਦੀ ਛੋੜਿਆ। ਸਤਿਗੁਰ ਕੌਣ ਆ? ਸਤਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਮ। ਜਿਹਨੇ ਸੱਚ ਨੂੰ ਜਾਣ ਲਿਆ, ਜਿਹੜਾ ਸੱਚ ਦਾ ਰੂਪ ਹੋ ਗਿਆ, ਜਿਹੜਾ ਪਰਮਾਤਮਾ ਦਾ ਰੂਪ ਆ, ਉਹ ਸਤਿਗੁਰ ਆ। ਹੋਰ ਸਤਿਗੁਰ ਦੀ ਉਪਾਧੀ ਕਿਸੇ ਕੋਲ ਨਹੀਂ ਆ। ਮਤਲਬ ਉਹ ਜਿਹੜਾ ਸੱਚ ਦਾ ਰੂਪ ਹੈ, ਜਿਹੜਾ ਸੱਚ ਆ, ਉਹ ਸਤਿਗੁਰ ਆ। ਤਾਂ ਸਾਡੇ ਗੁਰੂ ਨਾਨਕ ਸੱਚੇ ਪਾਤਸ਼ਾਹੀ, ਦਸਵੇਂ ਗੁਰੂ ਪਾਤਸ਼ਾਹੀ ਸਤਿਗੁਰ ਨੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸਤਿਗੁਰ ਨੇ। ਤੋ ਇਹ ਸਾਨੂੰ ਬੰਧਨਾਂ ਤੋਂ ਮੁਕਤ ਕਰ ਸਕਦੇ ਨੇ ਗੁਰੂ ਕੀ ਬਾਣੀ, ਸਾਡੇ ਸਤਿਗੁਰ ਸੱਚੇ ਪਾਤਸ਼ਾਹ ਜੀ। ਤੇ ਸਿੱਖ ਕਿਉਂ ਬੰਦੀ ਛੋੜ ਦਿਵਸ ਮਨਾਉਂਦੇ ਨੇ ਅਸੀਂ ਸਾਰੇ ਜਾਣੇ? ਕਿਉਂਕਿ ਇਸ ਦਿਨ ਜਿਹੜਾ ਹੈ ਮੀਰੀ ਪੀਰ ਦੇ ਮਾਲਿਕ ਸਾਹਿਬ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਵਿੱਚੋਂ ਰਾਜਿਆਂ ਨੂੰ ਕੈਦ ਤੋਂ ਛੁਡਾ ਕੇ ਲੈ ਕੇ ਆਏ ਸਨ। ਜਿਹੜੇ ਕਈ 52 ਲਿਖਦੇ ਨੇ, ਕਈ ਇਤਿਹਾਸਕਾਰ ਉਸ ਤੋਂ ਵੀ ਹੁਣ ਜ਼ਿਆਦਾ ਜ਼ਿਕਰ ਕਰ ਰਹੇ ਨੇ। ਉਹਦੇ ਵਿੱਚ ਪਹਾੜੀਏ ਰਾਜੇ, 22 ਧਾਰ ਦੇ ਰਾਜੇ, ਹਿਮਾਚਲ ਦੇ ਉੱਧਰ ਦੇ ਰਾਜੇ ਸੀਗੇ। ਔਰ ਨਾਲ 4 ਦੱਸਦੇ ਨੇ ਜੈਨੀ ਸਰੇਵੜੇ ਵੀ ਸਨ ਉਹਦਾ ਦੇ ਵਿੱਚ ਉੱਥੇ। ਚਲੋ ਬੜੀਆਂ ਹੁਣ ਇੱਥੇ ਖੋਜਾਂ ਹੋ ਰਹੀਆਂ ਨੇ। ਮਤਲਬ ਕਹਿਣ ਦਾ ਕਿ ਜਿੰਨੇ ਵੀ ਕੈਦ ਵਿੱਚ ਸੀਗੇ, ਮਹਾਰਾਜ ਜੀ ਉਹਨਾਂ ਨੂੰ ਉੱਥੋਂ ਰਿਹਾ ਕਰਾ ਕੇ ਲੈ ਕੇ ਆਏ ਸੀ। ਸੋ ਸਤਿਗੁਰ ਜੀ ਕਿਵੇਂ ਪਹੁੰਚ ਗਏ ਗਵਾਲੀਅਰ ਦੇ ਕਿਲੇ ਦੇ ਵਿੱਚ? ਮੀਰੀ ਪੀਰ ਦੇ ਮਾਲਿਕ ਸਾਹਿਬ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਇਹਦੇ 'ਚ ਕਾਰਨ ਨੇ, ਕਿਉਂਕਿ ਪੰਚਮ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਸ਼ਹੀਦੀ ਹੋਈ, ਮੀਰੀ ਪੀਰ ਦੇ ਮਾਲਿਕ ਸਾਹਿਬ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਤਾ ਗੱਦੀ ਤੇ ਬੈਠੇ ਤਾਂ 2 ਤਲਵਾਰਾਂ ਪਹਿਨੀਆਂ, ਮੀਰੀ ਅਤੇ ਪੀਰੀ ਦੀ, ਭਗਤੀ ਅਤੇ ਸ਼ਕਤੀ ਦੀ। ਤੋ ਗੁਰੂ ਮਹਾਰਾਜ ਨੇ ਫਿਰ ਗੁਰਤਾ ਗੱਦੀ ਦੇ ਉੱਤੇ ਬੈਠ ਕੇ ਜਿਹੜੇ ਕਾਰਜ ਆਰੰਭੇ, ਪੰਜੋਂ ਪਾਤਸ਼ਾਹ ਤੱਕ ਮਰਿਆਦਾ ਹੋਰ ਚੱਲੀ ਆ ਰਹੀ ਸੀ। ਹੁਣ ਗੁਰੂ ਮਹਾਰਾਜ ਨੇ ਇੱਕ ਵਿੱਚ ਹੋਰ ਵੀ ਜਿਹੜਾ ਫੌਜੀ ਗਠਨ ਕਰਨਾ ਸ਼ੁਰੂ ਕਰ ਦਿੱਤਾ, ਸੈਨਿਕ ਸਿਪਾਹੀ ਸਿੱਖਾਂ ਨੂੰ। ਇਹ ਜਿਹੜੀ ਹੈ ਟ੍ਰੇਨਿੰਗ ਬਕਾਇਦਾ ਦਿੱਤੀ ਗਈ ਵੀ ਕਿਵੇਂ ਜੰਗ ਯੁੱਧ ਲੜਦੇ ਨੇ, ਕਿਵੇਂ ਤੁਸੀਂ ਸਰੀਰ ਆਪਣੇ ਜਿਹੜੇ ਨੇ ਰਿਸ਼ਟ ਪੁਸ਼ਟ ਜੰਗੀ ਤਰੀਕੇ ਦੇ ਨਾਲ ਤਿਆਰ ਕਰਨੇ ਨੇ। ਜਦੋਂ ਕਿ ਫਿਜ਼ੀਕਲ ਫਿਟਨੈਸ ਤਾਂ ਪਹਿਲਾਂ ਵੀ ਦਿੱਤੀ ਜਾ ਰਹੀ ਸੀ। ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਮੰਨ ਅਖਾੜੇ ਖੋਲ੍ਹੇ ਸਨ। ਫਿਟਨੈਸ ਦਾ ਤਾਂ ਹਮੇਸ਼ਾ ਹੀ ਜਿਹੜਾ ਗੁਰੂ ਘਰ ਦੀ ਮਰਿਆਦਾ ਵੀ ਤੰਦਰੁਸਤ ਰਹੋ। ਲੇਕਿਨ ਇਹ ਹੁਣ ਫੌਜੀ ਤਿਆਰੀਆਂ, ਫੌਜੀ ਗਠਨ ਵੀ, ਪੂਰੀ ਟ੍ਰੇਨਿੰਗ ਬਕਾਇਦਾ। ਅਕਾਲ ਤਖਤ ਸਾਹਿਬ ਦੀ ਸਥਾਪਨਾ ਕਰ ਦਿੱਤੀ ਗੁਰੂ ਮਹਾਰਾਜ ਜੀ ਨੇ, ਮੀਰੀ ਪੀਰ ਦੇ ਮਾਲਿਕ ਸਾਹਿਬ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਹੁਣ ਅਕਾਲ ਤਖਤ ਸਾਹਿਬ ਦੇ ਤਖਤ ਦੇ ਉੱਤੇ ਮਹਾਰਾਜ ਜੀ ਆਪਸੇ ਸ਼ੋਭਿਤ ਹੁੰਦੇ ਨੇ। ਔਰ ਉੱਥੇ ਦੁਖਿਆਰੇ ਜਿਹੜੇ ਨੇ ਮਹਾਰਾਜ ਦੀ ਸ਼ਰਨ ਵਿੱਚ ਆਉਂਦੇ ਨੇ। ਇਕੱਲੇ ਦੁਖਿਆਰੇ ਨਹੀਂ, ਕਿਸੇ ਦਾ ਕੋਈ ਵੀ ਮਸਲਾ, ਪਰਿਵਾਰਿਕ ਹੈ, ਸਮਾਜਿਕ ਹੈ, ਰਾਜਨੀਤਿਕ ਆ, ਆਰਥਿਕ ਆ, ਹਰ ਤਰ੍ਹਾਂ ਦਾ ਮਸਲੇ ਦਾ ਹੱਲ ਮਹਾਰਾਜ ਜੀ ਕਰਦੇ ਨੇ। ਸੋ ਲੋਕਾਂ ਦੇ ਦੁੱਖ ਜਿਹੜੇ ਦੂਰ ਹੋਣ ਲੱਗ ਗਏ, ਸਮੱਸਿਆਵਾਂ ਹੱਲ ਹੋਣ ਲੱਗ ਗਈਆਂ। ਸੋ ਹੁਣ ਉਹ ਬਾਦਸ਼ਾਹ ਵੱਲ ਨੂੰ ਕੌਣ ਜਾਵੇ ਜਦੋਂ ਇੱਥੇ ਫ੍ਰੀ 'ਚ ਹੀ ਸਾਰਾ ਕੁਛ ਹੋ ਰਿਹਾ? ਉੱਥੇ ਰਾਹ 'ਚ 100 ਬੈਠੇ ਜਿਹੜੇ ਅੱਗੋਂ ਕੋਈ ਮਿਲਣ ਦੇ ਰਿਹਾ, ਕੋਈ ਪੁਕਾਰ ਉਹਨਾਂ ਦੀ ਪਹੁੰਚਾਉਂਦਾ ਜਾਂ ਨਹੀਂ। ਇੱਥੇ ਸਿੱਧੀ ਗੁਰੂ ਦਰਬਾਰ ਵਿੱਚ ਪੁਕਾਰ ਪਹੁੰਚਦੀ ਹੈ। ਉੱਥੇ ਮਹਾਰਾਜ ਜੀ ਸੰਗਤਾਂ ਦੇ ਜਿਹੜੇ ਨੇ ਕਲੇਸ਼ ਝਗੜੇ ਦੂਰ ਹੋਣੇ ਸ਼ੁਰੂ ਹੋ ਗਏ, ਉਹਨਾਂ ਦੀਆਂ ਸਮੱਸਿਆਵਾਂ ਖਤਮ ਹੋਣ ਲੱਗ ਗਈਆਂ। ਤੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਹੋ ਗਈ, ਫੌਜੀ ਗਠਨ ਸ਼ੁਰੂ ਹੋ ਗਿਆ। ਔਰ ਮਹਾਰਾਜ ਜੀ ਨੇ ਫੌਜੀ ਗਠਨ ਇੰਨਾ ਜ਼ਬਰਦਸਤ ਸੀ ਕਿ ਇਹਦੇ ਅੱਗੇ ਜਥੇਦਾਰ ਵੀ ਥਾਪ ਦਿੱਤੇ।
ਉਹਨਾਂ ਦੇ ਅੰਡਰ ਫਿਰ ਉਹ ਫੌਜੀ ਗਠਨ ਸ਼ੁਰੂ ਹੋ ਗਿਆ, ਜਿਵੇਂ ਭਾਈ ਸਾਹਿਬ ਭਾਈ ਬਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਪ੍ਰਾਣਾ ਜੀ, ਭਾਈ ਲੰਘਾ ਜੀ, ਇਹ ਜਿਹੜੇ ਨੇ ਉਹਨਾਂ ਦੇ ਮੁਖੀ ਨੇ, ਅੱਗੇਓਂ ਇੰਚਾਰਜ ਨੇ, ਤੇ ਜਥੇਦਾਰ ਇਹ ਥਾਪੇ ਗਏ। ਇਹਨਾਂ ਦੇ ਅੰਡਰ ਜਿਹੜੀ ਉਹ ਸਾਰੀ ਟ੍ਰੇਨਿੰਗ ਚੱਲ ਰਹੀ ਹੈ। ਹੋਰ ਜੰਗੀ ਅਭਿਆਸ ਹੋ ਰਹੇ ਨੇ। ਲੋਹਗੜ੍ਹ ਦਾ ਕਿਲ੍ਹਾ ਬਣਾ ਲਿਆ, ਪਹਿਲਾਂ ਕੱਚੀ ਗੜ੍ਹੀ ਸੀ, ਫਿਰ ਉਹਨੂੰ ਪੱਕਾ ਕੀਤਾ ਗੁਰੂ ਮਹਾਰਾਜ ਜੀ ਨੇ। ਸੋ ਇਹ ਸਰਕਾਰ ਦੁਆਰੇ ਜਿਹੜੀਆਂ ਇਹ ਖਬਰਾਂ ਪਹੁੰਚ ਰਹੀਆਂ ਨੇ, ਇੱਕ ਤਾਂ ਸਰਕਾਰ ਨੂੰ ਸੀ ਕਿ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਹੋਈ ਹੈ, ਸਾਰੇ ਸਿੱਖ ਜਿਹੜੇ ਨੇ ਰੋਹ ਦੇ ਵਿੱਚ ਨੇ, ਸਿੱਖਾਂ ਦੇ ਹਿਰਦੇ ਜਿਹੜੇ ਬਲੁੰਦਰੇ ਗਏ ਨੇ। ਹੁਣ ਛੇਵੇਂ ਪਾਤਸ਼ਾਹ ਅੱਗੋਂ ਜੰਗੀ ਅਭਿਆਸ ਕਰਾ ਰਹੇ, ਕਿਲ੍ਹਾ ਵੀ ਤੱਕ ਤਿਆਰ ਹੋ ਗਿਆ, ਇਨਸਾਫ ਇੱਥੇ ਮਿਲਣ ਲੱਗ ਗਿਆ ਜਨਤਾ ਨੂੰ, ਬਾਦਸ਼ਾਹ ਦੇ ਬਰਾਬਰ ਤਖਤ, ਬਰਾਬਰ ਕੀ ਇਹ ਸੱਚਾ ਤਖਤ ਆ, ਮਹਾਰਾਜ ਦਾ ਤਖਤ, ਅਕਾਲ ਤਖਤ ਸਾਹਿਬ। ਸੋ ਇਹ ਸਰਕਾਰ ਨੂੰ ਰੜਕ ਰਿਹਾ ਸੀ। ਉਹਨਾਂ ਨੇ ਕਿਹਾ ਵੀ ਹੁਣ ਉਹਨਾਂ ਕੋਲ ਫੌਜੀ ਗਠਨ ਵੀ ਆ, ਸਿੱਧੀ ਤਰ੍ਹਾਂ ਅਟੈਕ ਕਰਾਂਗੇ ਤਾਂ ਬਗਾਵਤ 'ਚ ਆ ਜਾਣਗੇ ਸਾਰੇ ਸਿੱਖ। ਫਿਰ ਉਹਨਾਂ ਨੇ ਇੱਕ ਯੁਗਤ ਲੜਾਈ ਕਿ ਜਿਹੜਾ ਹੈ ਕਿ ਬਾਦਸ਼ਾਹ ਬਿਮਾਰ ਆ, ਇਹ ਕਿਹਾ ਵੀ ਉਹ ਕੋਈ ਪੀਰ ਫਕੀਰ ਜਿਹੜਾ ਬੰਦਗੀ ਕਰੇ ਤਾਂ ਬਾਦਸ਼ਾਹ ਤੰਦਰੁਸਤ ਹੋ ਸਕਦਾ। ਤਾਂ ਭਰਮ ਭੁਲੇਖਿਆਂ ਵਿੱਚ ਪਾ ਕੇ, ਸਤਿਗੁਰ ਤਾਂ ਜਾਣੀ ਜਾਣਨੇ, ਲੇਕਿਨ ਸਿੱਖਾਂ ਦੇ ਮਨਾਂ ਵਿੱਚ ਵੀ ਸਾਡੇ ਸਤਿਗੁਰ ਜੀ ਨੂੰ ਇੰਨਾ ਮਾਣ ਦਿੱਤਾ ਜਾ ਰਿਹਾ ਕਿ ਉਹ ਬੰਦਗੀ ਕਰਨਗੇ ਤਾਂ ਉਹ ਠੀਕ ਹੋ ਜਾਊਗਾ, ਵੀ 40 ਦਿਨ ਚਲੀਆ ਕੱਟਣਗੇ ਉੱਥੇ। ਮਹਾਰਾਜ ਜੀ ਨੂੰ ਲੈ ਗਏ ਨੇ ਉੱਥੇ, ਲੇਕਿਨ ਉਹ ਉੱਥੇ ਖੇਡ ਕੁਛ ਹੋ ਰਹੀ ਹੈ। ਉਹ ਇਹੋ ਜਿਹਾ ਜਾ ਕੇ ਕੈਦ ਕਰ ਦਿੱਤਾ ਗਿਆ ਗਵਾਲੀਅਰ ਦਾ ਕਿਲ੍ਹਾ, ਜਿੱਥੇ ਕਿ ਕਿਹਨਾਂ ਨੂੰ ਰੱਖਿਆ ਜਾਂਦਾ ਸੀਗਾ, ਜਿਹੜੇ ਸਰਕਾਰ ਦੇ ਬਾਗੀ ਹੋ ਜਾਂਦੇ ਸਨ। ਸੋ ਜਿਹੜੇ ਹੁਣ 52 ਉੱਥੇ ਰਾਜੇ ਸੀਗੇ, ਬਾਈ ਧਾਰ ਦੇ ਰਾਜੇ, ਇਹ ਸਾਰੇ ਇਹਨਾਂ ਨੇ ਬਗਾਵਤ ਜਦੋਂ ਕਰਨੀ ਚਾਹੀ, ਇਹਨਾਂ ਨੂੰ ਉੱਥੇ ਕੈਦ ਦੇ ਵਿੱਚ ਸੁੱਟ ਦਿੱਤਾ ਗਿਆ। ਔਰ ਇਹਨਾਂ ਨੂੰ ਖਾਣਾ ਵੀ ਇਤਨਾ ਘਟੀਆ ਤਰੀਕੇ ਦਾ ਦਿੱਤਾ ਜਾਂਦਾ ਸੀ ਕਿ ਇਹਨਾਂ ਨੂੰ ਸਿਹਤ ਵੀ ਇਹਨਾਂ ਦੀ ਤੰਦਰੁਸਤ ਨਹੀਂ ਸੀ। ਔਰ ਕਹਿੰਦੇ ਨੇ ਵੀ ਸੂਰਜ ਵੀ ਨਹੀਂ ਸੀ ਇਹਨਾਂ ਨੂੰ ਦੇਖਣ ਨੂੰ ਮਿਲਦਾ। ਥੋੜਾ ਜਿਹਾ ਟਾਈਮ ਦੇ ਲਈ ਬਸ ਖਿੜਕੀ ਖੋਲੀ ਜਾਂਦੀ ਸੀਗੀ। ਇੰਨਾ ਮਤਲਬ ਇਹਨਾਂ ਨੂੰ ਫਿਜ਼ੀਕਲੀ, ਮੈਂਟਲੀ ਟੌਰਚਰ ਕੀਤਾ ਜਾਂਦਾ ਸੀ। ਔਰ ਖਾਣੇ ਦੇ ਵਿੱਚ ਉਹਨੂੰ ਕੱਚਾ ਜ਼ਹਿਰ ਕਹਿੰਦੇ ਨੇ, ਇਹੋ ਜਿਹਾ ਮਿਲਾ ਕੇ ਦਿੱਤਾ ਜਾਂਦਾ ਸੀ, ਹੌਲੀ-ਹੌਲੀ ਸਲੋ ਪੋਇਜ਼ਨ, ਵੀ ਇਹ ਮਰ ਜਾਣ ਬਸ। ਔਰ ਉਸ ਕੈਦ ਵਿੱਚ ਜਿਹੜਾ ਕੈਦ ਕਰ ਦਿੱਤਾ ਜਾਂਦਾ ਸੀ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ, ਵਾਪਸ ਫਿਰ ਉੱਥੋਂ ਕਦੀ ਵੀ ਕੋਈ ਬਾਹਰ ਛੱਡਿਆ ਹੀ ਨਹੀਂ ਸੀ ਗਿਆ। ਉਹ ਮਰ ਜਾਂਦੇ ਸਨ ਇਵੇਂ ਹੀ ਕਰਕੇ ਉੱਥੇ। ਹੁਣ ਗੁਰੂ ਮਹਾਰਾਜ ਜੀ ਉੱਥੇ ਪਹੁੰਚੇ ਨੇ, ਔਰ ਸਤਿਗੁਰਾਂ ਨੇ ਜਾਂਦੇ ਹੀ ਡਿਕਲੇਅਰ ਕਰ ਦਿੱਤਾ ਕਿ ਅਸੀਂ ਇੱਥੇ ਜਿਹੜਾ 100 ਰੁਪਈਆ ਉਸ ਟਾਈਮ ਮਹਾਰਾਜ ਲਈ ਰੱਖਿਆ ਗਿਆ ਸੀ, 100 ਰੁਪਈਏ 'ਚ ਮਹਾਰਾਜ ਜੀ ਆਪਣਾ ਲੰਗਰ ਪ੍ਰਸ਼ਾਦਾ ਸਾਰਾ ਛਕ ਸਕਦੇ ਨੇ। ਮਹਾਰਾਜ ਨੇ ਕਿਹਾ ਨਹੀਂ, ਅਸੀਂ ਨਾ ਇਹ ਪੈਸੇ ਲੈਣੇ ਆ ਤੇ ਨਾ ਹੀ ਅਸੀਂ ਇਹ ਇੱਥੇ ਦਾ ਲੰਗਰ ਪ੍ਰਸ਼ਾਦ ਜਿਹੜਾ ਅੰਨ ਨਹੀਂ ਛਕਣਾ। ਤਾਂ ਉੱਥੇ ਜਿਹੜੇ ਕਿਰਤੀ ਸਿੱਖ ਸੀਗੇ, ਉਹਨਾਂ ਨੇ ਗੁਰੂ ਮਹਾਰਾਜ ਲਈ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਉਹ ਦਿੰਦੇ ਸਨ, ਮਹਾਰਾਜ ਨੇ ਉਹਨਾਂ ਦਾ ਛਕਿਆ। ਔਰ ਜਿਹੜਾ ਇਹਦਾ ਦਰੋਗਾ ਸੀਗਾ, ਜੇਲਰ ਕਹਿ ਲਿਆ ਜਾਵੇ, ਉਹ ਹਰੀਦਾਸ ਜਿਹੜਾ ਆ, ਉਹ ਵੀ ਸਤਿਗੁਰਾਂ ਤੋਂ ਇੰਨਾ ਜ਼ਿਆਦਾ ਪ੍ਰਭਾਵਿਤ ਹੋਇਆ ਕਿ ਪਹਿਲਾਂ ਜੇਲ੍ਹ ਦਾ ਕਿੰਨਾ ਦੇਖੋ ਨੈਗੇਟਿਵਿਟੀ ਵਾਲਾ ਮਾਹੌਲ ਸੀਗਾ। ਸਤਿਗੁਰੂ ਜੀ ਮਹਾਰਾਜ ਜੀ ਆਏ, ਉੱਥੇ ਸਤਸੰਗ ਸ਼ੁਰੂ ਹੋ ਗਿਆ, ਔਰ ਇਹਦੇ ਆਪਣੇ ਵੀ ਕਸ਼ਟ ਕੱਟੇ ਗਏ ਨੇ ਜਦੋਂ ਆਪਣੀਆਂ ਬੇਨਤੀਆਂ ਲਾਈਆਂ ਸਤਿਗੁਰਾਂ ਦੇ ਚਰਨਾਂ ਵਿੱਚ। ਇਹ ਵੀ ਸੇਵਕ ਬਣ ਗਿਆ ਸੀ ਮਹਾਰਾਜ ਜੀ ਦਾ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣਾ ਉੱਥੇ ਜਿਹੜੇ ਰਾਜੇ ਨੇ, ਉਹਨਾਂ ਨਾਲ ਸਤਸੰਗ ਹੋ ਰਿਹਾ, ਉਹਨਾਂ ਦਾ ਜਨਮ ਬਦਲ ਰਿਹਾ। ਉਹ ਨਾਮ ਜਪਣ ਲੱਗ ਗਏ, ਬੰਦਗੀ ਕਰਨ ਲੱਗ ਗਏ, ਸਤਿਗੁਰਾਂ ਦੇ ਬਚਨ ਸੁਣਨ ਲੱਗ ਗਏ, ਬਾਣੀ ਦੇ ਪ੍ਰਕਾਸ਼ ਰੋਸ਼ਨੀ ਵਿੱਚ ਆਉਣ ਲੱਗ ਗਏ। ਉੱਥੇ ਤਾਂ ਮਾਹੌਲ ਹੀ ਜਿਹੜਾ ਇੰਨਾ ਸੁੰਦਰ ਹੋਣਾ ਸ਼ੁਰੂ ਹੋ ਗਿਆ। ਲੇਕਿਨ ਜਿਹੜਾ ਚੰਦੂ ਸੀ, ਉਹ ਬੜਾ ਕਾਰ ਖਾਂਦਾ ਸੀਗਾ। ਉਹ ਕਹਿੰਦਾ ਸੀ ਕਿ ਮਹਾਰਾਜ ਨੂੰ ਛੇਤੀ ਤੋਂ ਛੇਤੀ ਖਤਮ ਕੀਤਾ ਜਾਵੇ। ਸੋ ਦਰੋਗਾ ਹਰੀਦਾਸ ਜਿਹੜਾ ਸੀ, ਉਹ ਚੰਦੂ ਦਾ ਰਿਸ਼ਤੇ ਚੋਂ, ਦੂਰ ਦੇ ਰਿਸ਼ਤੇ ਤੋਂ ਕੁੜਮ ਲੱਗਦਾ ਸੀ। ਉਹਨੇ ਇੱਕ ਪੁਸ਼ਾਕ ਵੀ ਸਤਿਗੁਰਾਂ ਲਈ ਇਹੋ ਜਿਹੀ ਬਣਾ ਕੇ ਭੇਜੀ, ਜਿਹਦੀਆਂ ਜਿਹੜੀਆਂ ਤਾਰਾਂ ਸਨ ਨਾ, ਉਹ ਉਹਨਾਂ ਵਿੱਚ ਜ਼ਹਿਰ ਸੀ। ਸੋ ਜਦੋਂ ਬਾਡੀ ਨੂੰ ਪਸੀਨਾ ਆਊਗਾ ਤੇ ਉਹ ਜਦੋਂ ਜਿਹੜਾ ਸਪਰਸ਼ ਕਰੂਗਾ ਨਾਲ, ਤਾਂ ਉਹ ਪਸੀਨੇ ਦੇ ਨਾਲ ਜ਼ਹਿਰ ਅੰਦਰ ਚਲ ਜਾਊਗਾ। ਉਹ ਜਿਹੜਾ ਚੋਲਾ ਉਹਨੇ ਬਣਾ ਕੇ ਭੇਜਿਆ ਸੀ, ਉਹਨੇ ਦਰੋਗੇ ਨੂੰ ਕਿਹਾ ਪਹਿਨਾ ਦੇਈਂ ਸਤਿਗੁਰਾਂ ਨੂੰ। ਸੋ ਉਹਨੇ ਦਰੋਗਾ ਤਾਂ ਹੁਣ ਸਤਿਗੁਰਾਂ ਦਾ ਸੇਵਕ ਬਣ ਚੁੱਕਾ ਸੀ, ਉਹਨੇ ਨਹੀਂ ਪਹਿਨਾਇਆ ਸਤਿਗੁਰਾਂ ਨੂੰ। ਸੋ ਇੱਧਰ ਆਪਣੇ ਜਦੋਂ 40 ਦਿਨ ਬੀਤ ਗਏ, ਮਹਾਰਾਜ ਨੂੰ ਛੱਡਿਆ ਹੀ ਨਹੀਂ ਗਿਆ। 40 ਦਿਨ ਕੀ ਕਾਫੀ ਲੰਮਾ ਸਮਾਂ ਬੀਤ ਗਿਆ। ਗੁਰੂ ਕੇ ਮਾਤਾ ਜੀ ਵੀ ਫਿਕਰਾਂ ਵਿੱਚ ਆ ਗਏ, ਸੰਗਤਾਂ ਵੀ ਬੜੀਆਂ ਫਿਕਰ ਕਰਨ ਲੱਗੀਆਂ। ਅੱਗੇ ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਹੋ ਗਈ, ਹੁਣ ਸਤਿਗੁਰੂ ਵੀ ਨਹੀਂ ਆਏ ਨੇ। ਤਾਂ ਫਿਰ ਸਾਰੀਆਂ ਸੰਗਤਾਂ ਨੇ ਮਿਲ ਕੇ, ਬਾਬਾ ਬੁੱਢਾ ਜੀ ਨੇ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ, ਆ ਜਿਹੜੇ ਸਾਰੇ ਜਥੇਦਾਰ ਥਾਪੇ ਹੋਏ ਨੇ, ਭਾਈ ਸਾਹਿਬ ਬਿਧੀ ਚੰਦ ਜੀ, ਭਾਈ ਲੰਗਾ ਜੀ, ਭਾਈ ਪ੍ਰਾਣਾ ਜੀ, ਇਹ ਸਾਰੇ, ਇਹਨਾਂ ਨੇ ਫਿਰ ਮਿਲ ਕੇ ਇੱਕ ਮੁਹਿੰਮ ਕੱਢੀ। ਭਾਈ ਜੇਠਾ ਜੀ ਨੇ ਇਹਦੇ ਵਿੱਚ, ਇਹ ਫਿਰ ਬਾਬਾ ਬੁੱਢਾ ਜੀ ਨੇ ਜਿਹੜੀਆਂ ਮਸ਼ਾਲ ਜਗਾ ਕੇ ਜੱਥੇ ਤੋਰਨੇ ਸ਼ੁਰੂ ਕਰ ਦਿੱਤੇ। ਬਾਬਾ ਬੁੱਢਾ ਜੀ ਉੱਥੋਂ ਜੱਥੇ ਤੋਰਦੇ ਸਨ,
ਭਾਈ ਜੇਠਾ ਜੀ ਜਿਹੜੀ ਇਹਦੀ ਅੱਗੋਂ ਅਗਵਾਈ ਕਰਦੇ ਸਨ, ਤੇ ਇਹ ਫਿਰ ਪਿੰਡ-ਪਿੰਡ, ਨਗਰ-ਨਗਰ ਗਏ ਮਸ਼ਾਲਾਂ ਲੈ ਕੇ, ਔਰ ਦੱਸਿਆ, ਸਾਰਿਆਂ ਨੂੰ ਜਾਗ੍ਰਿਤੀ ਲੈ ਕੇ ਆਏ ਵੀ ਦੇਖੋ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਇਵੇਂ ਕਹਿ ਕੇ ਲੈ ਗਏ ਨੇ, ਔਰ ਹਲੇ ਤੱਕ ਸਤਿਗੁਰ ਜੀ ਨਹੀਂ ਆਏ ਨੇ। ਤਾਂ ਫਿਰ ਵਹੀਰਾਂ ਕੱਤੀ ਰੋਜ਼ ਦੇ ਰੋਜ਼ ਬਾਬਾ ਬੁੱਢਾ ਜੀ ਨੇ ਜੱਥੇ ਜਿਹੜੇ ਭੇਜਣੇ ਸ਼ੁਰੂ ਕਰ ਦਿੱਤੇ, ਪਿੰਡ, ਨਗਰ, ਗਲੀ-ਗਲੀ, ਇਕੱਠਿਆਂ ਕੰਡਿਆਂ ਕਰਦਿਆਂ ਸੰਗਤਾਂ ਤਾਂ ਗਵਾਲੀਅਰ ਦੇ ਕਿਲੇ ਤੱਕ ਪਹੁੰਚਦੀਆਂ ਸਨ। ਸਤਿਗੁਰਾਂ ਨਾਲ ਮੇਲ ਮਿਲਾਪ ਬੇਸ਼ੱਕ ਨਹੀਂ ਹੁੰਦਾ ਸੀ, ਲੇਕਿਨ ਉੱਥੇ ਫਿਰ ਇਹ ਸਤਿਗੁਰਾਂ ਨੂੰ ਮੱਥਾ ਟੇਕ ਕੇ ਬਾਹਰ ਹੀ ਵੀ ਸਾਡੇ ਸਤਿਗੁਰ ਜੀ ਇੱਥੇ ਅੰਦਰ ਨੇ, ਪਰਿਕਰਮਾ ਕਰਕੇ ਸ਼ਬਦ ਚੌਂਕੀ ਪੜ੍ਹਦੇ ਸਨ। ਸੋ ਜਿਹੜੀ ਸ਼ਬਦ ਚੌਂਕੀ ਉੱਥੋਂ ਸ਼ੁਰੂ ਹੋਈ ਸੀ। ਆਪਣੇ ਹੈ ਨਾ, ਚੌਂਕੀਆਂ ਆਪਾਂ ਬੋਲਦੇ ਹਾਂ, ਚੌਂਕੀਆਂ, ਝੰਡੇ, ਬੁੱਗੇ, ਇਹ ਸ਼ਬਦੀ ਚੌਂਕੀ ਉੱਥੋਂ ਸ਼ੁਰੂ ਹੋਈ ਸੀ। ਪਰਿਕਰਮਾ ਕਰਦੇ ਸਨ, ਫਿਰ ਵਾਪਸ ਆ ਜਾਂਦੇ ਸਨ। ਤੋ ਇਹ ਉੱਧਰ ਜਿਹੜਾ ਬਾਦਸ਼ਾਹ ਹੋਰ ਜ਼ਿਆਦਾ ਬਿਮਾਰ ਹੋਣ ਲੱਗ ਗਿਆ, ਔਰ ਇੱਧਰ ਸਿੱਖਾਂ ਨੇ ਇੰਨੀ ਮੁਹਿੰਮ ਛੇੜੀ ਹੋਈ ਹੈ। ਭਾਈ ਜੇਠਾ ਜੀ ਦਾ ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਇਹ ਤਾਂ ਇੰਨੀ ਇਹਨਾਂ ਦੀ ਅਪੀਲ ਦੇ ਵਿੱਚ ਸ਼ਕਤੀ ਸੀ, ਇੰਨਾ ਇਹ ਬਾਦਸ਼ਾਹ ਦੇ ਵਿਰੁੱਧ ਇਹਨਾਂ ਨੇ ਫਿਰ ਸਾਰਿਆਂ ਨੂੰ ਭੜਕਾ ਦਿੱਤਾ ਕਿ ਬਾਦਸ਼ਾਹ ਡਰਨ ਲੱਗ ਗਿਆ ਭਾਈ ਜੇਠਾ ਜੀ ਦੇ ਨਾਮ ਤੋਂ ਵੀ, ਗੁਰੂ ਕੇ ਸਿੱਖਾਂ ਦੇ ਨਾਮ ਤੋਂ ਵੀ। ਸੋ ਉਹ ਬਿਮਾਰ ਜ਼ਿਆਦਾ ਰਹਿਣ ਲੱਗ ਗਿਆ। ਸਾਈਂ ਮੀਆਂ ਮੀਰ ਜੀ ਨੂੰ ਬੁਲਾਇਆ ਗਿਆ। ਸਾਈਂ ਮੀਆਂ ਮੀਰ ਜੀ ਨੇ ਕਿਹਾ ਕਿ ਤੂੰ ਪੀਰਾਂ ਫਕੀਰਾਂ ਨੂੰ ਕੈਦ ਵਿੱਚ ਰੱਖਿਆ ਹੋਇਆ, ਔਰ ਫਿਰ ਤੂੰ ਸੁੱਖ ਭਾਲਦਾ ਹੈ। ਉਹਨੂੰ ਨੀਂਦ ਆਣੀ ਵੀ ਬੰਦ ਹੋ ਗਈ ਸੀ, ਇੱਕ ਕਿਸਮ ਦਾ ਡਿਪਰੈਸ਼ਨ ਵਿੱਚ ਜਾ ਚੁੱਕਾ ਸੀ। ਉਹਨੇ ਕਿਹਾ ਆਜ਼ਾਦ ਕਰ। ਫਿਰ ਗੁਰੂ ਮਹਾਰਾਜ ਦੀ ਆਜ਼ਾਦੀ ਦਾ ਉਹਨੇ ਹੁਕਮ ਦਿੱਤਾ। ਤੇ ਜਦੋਂ ਮਹਾਰਾਜ ਕੋਲ ਸੁਨੇਹਾ ਆਇਆ ਵੀ ਤੁਹਾਨੂੰ ਮਹਾਰਾਜ ਜੀ ਤੁਹਾਡਾ ਰਿਹਾਈ ਦਾ ਹੁਕਮ ਆ ਗਿਆ ਬਾਦਸ਼ਾਹ ਵੱਲੋਂ, ਤਾਂ ਉੱਥੇ ਜਿਹੜੇ ਰਾਜੇ ਨੇ ਸਾਰੇ, ਉਹ ਸਤਿਗੁਰ ਦੇ ਚਰਨੀ ਪੈ ਗਏ। ਉਹਨੇ ਕਿਹਾ ਮਹਾਰਾਜ ਜੀ ਤੁਸੀਂ ਨਹੀਂ ਸੀਗੇ ਇੱਥੇ, ਹਨੇਰਾ ਹੀ ਸੀ, ਤੁਸੀਂ ਆਏ ਤੇ ਚਾਨਣ ਹੋ ਗਿਆ, ਪ੍ਰਕਾਸ਼ ਹੋ ਗਿਆ। ਮਹਾਰਾਜ ਜੀ ਸਾਡਾ ਜੀਵਨ ਅੰਦਰ ਹੀ ਇੰਨਾ ਅਸੀਂ ਖਿਲੇ ਹੋਏ ਹਾਂ, ਤੁਸੀਂ ਚੱਲ ਜਾਓਗੇ ਵੀ ਸਾਡਾ ਕੀ ਬਣੇਗਾ, ਸਾਨੂੰ ਵੀ ਮੁਕਤ ਕਰਾਓ। ਤੇ ਮਹਾਰਾਜ ਨੇ ਸੁਨੇਹਾ ਭੇਜ ਦਿੱਤਾ ਵੀ ਅਸੀਂ ਇਕੱਲੇ ਨਹੀਂ ਜਾਣਾ, ਅਸੀਂ ਜਿਹੜੇ ਜਿੰਨੇ ਕੈਦੀ ਨੇ ਇਹਨਾਂ ਨੂੰ ਵੀ ਨਾਲ ਲੈ ਕੇ ਜਾਣਾ। ਫਿਰ ਬਾਦਸ਼ਾਹ ਨੇ ਹੋਰ ਸਕੀਮ ਸੋਚੀ। ਉਹਨੇ ਕਿਹਾ ਹੁਣ ਇਸ ਪੀਰ ਫਕੀਰ ਨੂੰ ਨਾ ਛੱਡਿਆ ਤਾਂ ਮੇਰੇ ਤੇ ਪਹਿਲਾਂ ਹੀ ਭਾਰੀ ਹੈ। ਤਾਂ ਉਹਨੇ ਕਿਹਾ ਬਚਨ ਵੀ ਮੰਨਣਾ ਪੈਣਾ ਪੀਰਾਂ ਦਾ। ਬਾਦਸ਼ਾਹ ਨੇ ਕਿਹਾ ਵੀ ਤੁਹਾਡਾ ਚੋਲਾ ਪਕੜ ਕੇ ਜਿੰਨੇ ਨਿਕਲ ਜਾਣਗੇ। ਸੋ ਫਿਰ ਇਤਿਹਾਸ ਵਿੱਚ ਇਹ ਆਉਂਦਾ ਹੈ ਕਿ 52 ਕਲੀਆਂ ਵਾਲਾ ਸਤਿਗੁਰਾਂ ਨੇ ਉਹ ਆਪਣਾ ਚੋਲਾ ਸਲਵਾਇਆ। ਉਹ ਫਿਰ ਉਹਨਾਂ ਨੇ 52 ਰਾਜਿਆਂ ਨੇ ਮਹਾਰਾਜ ਦੀ ਇੱਕ ਇੱਕ ਕਲੀ ਪਕੜੀ। ਤਾਂ ਇਵੇਂ ਜੀ ਸਤਿਗੁਰਾਂ ਨੂੰ ਉੱਥੋਂ ਇਹਨਾਂ ਨੂੰ ਬੰਧਨਾਂ ਤੋਂ ਮੁਕਤ ਕਰਾ ਕੇ ਲੈ ਕੇ ਆਏ। ਇੱਕ ਬਾਹਰੀ ਬੰਧਨ ਆ, ਜਿਹੜੀ ਬਾਹਰਲੀ ਕੈਦ ਸੀਗੀ, ਸਤਿਗੁਰ ਤਾਂ ਬੰਦੀ ਛੋੜਨੇ ਸਾਡੇ 84 ਦੇ ਬੰਧਨਾਂ ਤੋਂ, ਜਨਮ ਮਰਨ ਦੇ ਬੰਧਨ ਤੋਂ ਸਤਿਗੁਰ ਦਾਤਾ ਜੀ ਕੱਟਣ ਵਾਲੇ ਨੇ। ਫਿਰ ਬਾਦਸ਼ਾਹ ਨੇ ਆਪਣੇ ਕੋਲ ਮਹਾਰਾਜ ਨੂੰ ਬੁਲਾਇਆ ਸੀ, ਵੈਲਕਮ ਕੀਤਾ ਸੀ, ਬੜਾ ਉੱਚੇ ਸਿੰਘਾਸਨ ਤੇ ਸਤਿਗੁਰਾਂ ਨੂੰ ਬਿਠਾਇਆ ਸੀਗਾ। ਤੇ ਉਹਨੇ ਉੱਥੇ ਬਾਕੀ ਜਿਹੜੇ ਨਾਲ ਰਾਜੇ ਗਏ ਸਨ, ਚੈਨੀ ਸਰੇਵੜੇ ਵੀ ਸਨ 4 ਵਿੱਚ, ਇਹਨਾਂ ਨੂੰ ਸਾਰਿਆਂ ਨੂੰ ਥੱਲੇ ਹੀ ਬਿਠਾਇਆ ਗਿਆ ਸੀ। ਬਾਦਸ਼ਾਹ ਆਪ ਤਖਤ ਤੇ ਬੈਠਾ ਸੀ, ਲੇਕਿਨ ਸਤਿਗੁਰ ਨੂੰ ਆਪਣੇ ਤੋਂ ਵੀ ਉੱਚੇ ਉਹਨੇ ਸਿੰਘਾਸਨ ਤੇ ਬਿਠਾ ਕੇ ਬੜਾ ਸਤਿਕਾਰ ਕੀਤਾ ਸੀ। ਤੋ ਇਵੇਂ ਹੀ ਫਿਰ ਉਸ ਤੋਂ ਬਾਅਦ ਬਾਦਸ਼ਾਹ ਦੇ ਨਾਲ ਮਹਾਰਾਜ ਦੀ ਦੋਸਤੀ ਵੀ ਰਹੀ ਹੈ। ਰਾਜਨੀਤਿਕ ਉਹ ਤਾਂ ਆਪਣੇ ਰਾਜਨੀਤੀ ਸਾਂਝ ਰੱਖਦਾ ਸੀ। ਸਤਿਗੁਰ ਤਾਂ ਹੈ ਹੀ ਸਭ ਦੇ ਮਿੱਤਰ ਨੇ, ਸਤਿਗੁਰ ਕਿਸੇ ਦੇ ਵੈਰੀ ਨਹੀਂ। ਸੋ ਫਿਰ ਮਹਾਰਾਜ ਜੀ ਉੱਥੋਂ ਹੁੰਦਿਆਂ ਹੋਇਆਂ ਪਹਿਲਾਂ ਉਹਦੇ ਦਰੋਗੇ ਦੇ ਘਰ ਗਏ ਸੀ, ਉਹਨੇ ਵੀ ਬੇਨਤੀ ਕੀਤੀ ਸੀ। ਬਾਦਸ਼ਾਹ ਕੋਲ ਗਏ, ਫਿਰ ਦਿੱਲੀ ਤੋਂ ਹੁੰਦਿਆਂ ਹੋਇਆਂ ਅਲੱਗ-ਅਲੱਗ ਜਗ੍ਹਾ ਹੁੰਦਿਆਂ ਹੋਇਆਂ ਮਹਾਰਾਜ ਜੀ ਜਦੋਂ ਅੰਮ੍ਰਿਤਸਰ ਸਾਹਿਬ ਪਹੁੰਚੇ ਨੇ, ਬਾਬਾ ਬੁੱਢਾ ਜੀ ਨੇ ਸਾਰੀਆਂ ਸੰਗਤਾਂ ਨੂੰ, ਅੰਮ੍ਰਿਤਸਰ ਸਾਹਿਬ ਦੇ ਵਾਸੀਆਂ ਨੂੰ ਕਿਹਾ ਭਾਈ ਘਿਓ ਦੇ ਦੀਵੇ ਜਗਾਓ, ਘਰ-ਘਰ ਦੀਪਮਾਲਾ ਕੀਤੀ ਗਈ ਵੀ ਸਾਡੇ ਸਤਿਗੁਰ ਜੀ ਆਏ ਨੇ, ਸਾਡੇ ਲਈ ਬਹੁਤ ਵੱਡੀ ਖੁਸ਼ੀ ਦੀ ਗੱਲ ਆ। ਤੋ ਸਤਿਗੁਰਾਂ ਦਾ ਆਣਾ ਮਨ ਚੌ ਭਇਆ ਪ੍ਰਭ ਆਗਮ ਸੁਣਿਆ। ਇਹੋ ਜਿਹਾ ਅੰਦਰ ਸੰਗਤਾਂ ਦੇ ਉਮੰਗ ਉਤਸ਼ਾਹ ਸੀ। ਤਾਂ ਉਹ ਦੀਵੇ ਜਗਾਏ ਸੰਗਤਾਂ ਨੇ ਦੇਸੀ ਘਿਓ ਦੇ, ਸਤਿਗੁਰਾਂ ਦੀ ਆਗਮਨ ਦੀ ਖੁਸ਼ੀ ਵਿੱਚ। ਤੋ ਸੰਗਤ ਜੀ ਉਹ ਇਸ ਕਾਰਨ ਇਹ ਸਿੱਖ ਧਰਮ ਵਿੱਚ ਮਰਿਆਦਾ ਚੱਲੀ ਆਉਂਦੀ ਹੈ। ਸੋ ਇਹ ਦੀਵਾਲੀ ਦੇ ਦਿਨ ਹੀ ਮਨਾਇਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਸੰਗਤਾਂ ਨੂੰ ਇਹ ਜਿਹੜੇ ਮਹਾਰਾਜ ਦੇ ਹੁਕਮਨਾਮੇ ਮਿਲਦੇ ਨੇ, ਉਹਦੇ ਵਿੱਚ ਮਹਾਰਾਜ ਨੇ ਕਿਹਾ ਸੀ ਵਿਸਾਖੀ ਔਰ ਦੀਵਾਲੀ ਦੇ ਉੱਤੇ ਜੋੜ ਮੇਲੇ ਦੀ ਤਰ੍ਹਾਂ ਸਾਰੇ ਸਿੱਖ ਇਕੱਠੇ ਹੋਇਆ ਕਰੋ। ਇੱਕ ਤਾਂ ਆਪਸ 'ਚ ਇਕੱਠ ਵੱਧਦਾ, ਆਪਸ ਸਾਂਝ ਵੱਧਦੀ, ਇੱਕ ਦੂਸਰੇ ਦਾ ਦੁੱਖ ਸੁੱਖ ਵੀ ਸ਼ੇਅਰ ਕਰ ਸਕਦੇ ਹਾਂ, ਸਾਰਿਆਂ ਦਾ ਸੁੱਖ ਸਾਂਦ ਵੀ ਪੁੱਛੀ ਜਾਂਦੀ ਨੇ। ਸੋ ਇਹ 2 ਜਿਹੜੇ ਆ ਜੋੜ ਮੇਲੇ ਸਿੱਖ ਧਰਮ ਵਿੱਚ ਬੜੇ ਜਿਹੜੇ ਪ੍ਰਚਲਿਤ ਨੇ। ਤਾਂ ਉਦੋਂ ਤੋਂ ਇਹ ਮਰਿਆਦਾ ਚੱਲੀ ਆ ਰਹੀ ਹੈ ਕਿ ਦੀਵਾਲੀ, ਉੱਧਰੋਂ ਹਿੰਦੂ ਧਰਮ ਵਿੱਚ ਦੀਵਾਲੀ ਮਨਾਈ ਜਾਂਦੀ ਹੈ ਕਿਉਂਕਿ ਰਾਮ ਚੰਦਰ ਜੀ ਉਦੋਂ 14 ਸਾਲ ਦਾ ਬਨਵਾਸ ਕੱਟ ਕੇ ਅਯੋਧਿਆ ਵਾਪਸ ਆਏ ਸਨ। ਤਾਂ ਸਿੱਖਾਂ ਦੇ ਵਿੱਚ ਮਨਾਈ ਜਾਂਦੀ ਹੈ ਕਿ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਜੀ ਜਿਹੜੇ ਨੇ ਉਹ ਆਏ ਸਨ। ਇਕੱਲੇ ਆਪ ਹੀ ਨਹੀਂ ਆਏ ਸਨ, ਬਾਕੀਆਂ ਨੂੰ ਕੈਦ ਵਿੱਚੋਂ ਛੁਡਾ ਕੇ ਲੈ ਕੇ ਆਏ ਸਨ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਡੇ ਬੰਦੀ ਛੋੜ ਦਾਤਾ ਜੀ ਨੇ, ਮੀਰੀ ਪੀਰ ਦੇ ਮਾਲਕ ਸਾਹਿਬ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਸਾਰੇ ਹੀ ਗੁਰੂ ਨਾਨਕ ਦੀ ਜੋਤ, ਸਤਿਗੁਰਾਂ ਦੀ ਜੋਤ ਜਿਹੜੀ ਹੈ ਬੰਦੀ ਛੋੜ ਦਾਤਾ ਜੀ ਨੇ। ਸੰਗਤ ਜੀ ਕਿੰਨੇ ਦੀਵੇ ਜਲਾਏ ਜਾਂਦੇ ਨੇ, ਕਿੰਨੀਆਂ ਖੁਸ਼ੀਆਂ ਮਨਾਈਆਂ ਜਾਂਦੀਆਂ ਨੇ, ਹਨਾ। ਸੋ ਹੁਣ ਗੁਰੂ ਮਹਾਰਾਜ ਜੀ
ਦੱਸਦੇ ਨੇ ਵੀ ਦੀਵਾ ਕੀ ਹੈ। ਆਪਾਂ ਤਾਂ ਉਹ ਦੀਵਾ ਜਗਾਉਂਦੇ ਨਾ, ਉਹਦੀ ਲਾਈਟ ਹੁੰਦੀ, ਅੱਛਾ ਲੱਗਦਾ ਆ, ਹਨੇਰਾ ਦੂਰ ਹੁੰਦਾ, ਇਹ 'ਚ ਕੋਈ ਸ਼ੱਕ ਨਹੀਂ। ਲੇਕਿਨ ਮਹਾਰਾਜ ਜੀ ਕਹਿੰਦੇ ਆ ਜਿਹੜਾ ਆ ਦੀਵਾ ਕੀ ਹੈ? ਦੀਵਾ ਬਲੇ ਹਨੇਰਾ ਜਾਏ, ਵੇਦ ਪਾਪ ਵੇਦ ਪਾਠ ਮਤ ਪਾਪਾਂ ਖਾਏ। ਜਦੋਂ ਦੀਵਾ ਜਲਦਾ ਹਨੇਰਾ ਦੂਰ ਹੋ ਜਾਂਦਾ ਆ। ਇਵੇਂ ਹੀ ਜਦੋਂ ਬਾਣੀ ਦਾ ਦੀਵਾ ਜਗਦਾ ਸਾਡੇ ਅੰਦਰ, ਬਾਣੀ ਦਾ ਗਿਆਨ ਹੋ ਜਾਂਦਾ, ਪ੍ਰਕਾਸ਼ ਹੋ ਜਾਂਦਾ ਸਾਡੇ ਅੰਦਰ, ਫਿਰ ਵੀ ਜਿਹੜੀ ਪਾਪਾਂ ਵਾਲੀ ਮੱਤ ਸਾਡੀ ਦੂਰ ਹੋ ਜਾਂਦੀ ਹੈ। ਸੋ ਕਾਹਦਾ ਅਸੀਂ ਹੁਣ ਦੀਵਾ ਜਗਾਈਏ? ਬਾਹਰੀ ਤਾਂ ਜਗਾਏ, ਅਸਲੀ ਜੀਵਨ ਦੇ ਵਿੱਚ ਦੀਵਾ ਕਾਹਦਾ ਜਗਾਈਏ? ਨਾਮ ਦਾ ਦੀਵਾ ਜਗਾਈਏ, ਗੁਰੂ ਦੀ ਬਾਣੀ ਦਾ, ਤਾਂ ਕਿ ਉਹਦਾ ਪ੍ਰਕਾਸ਼ ਹੋਵੇ ਤਾਂ ਸਾਡੇ ਜੀਵਨ ਦਾ ਹਨੇਰਾ, ਸਾਡੀ ਨੈਗੇਟਿਵਿਟੀ ਜਿਹੜੀ ਹੈ, ਸਾਡੀਆਂ ਮੈਲਾਂ ਨੇ, ਸਾਡੇ ਪਾਪ ਨੇ, ਸਾਡੇ ਕਿਲਵਿਖ ਨੇ, ਸਾਡੀ ਅਗਿਆਨਤਾ ਜਿਹੜੀ ਉਹ ਕੱਟੀ ਜਾਵੇ। ਸੋ ਬਾਣੀ ਨਾਲ ਜੁੜਨਾ ਸੰਗਤ ਜੀ। ਫਿਰ ਅਸੀਂ ਸਮਝਾਂਗੇ ਕਿ ਅਸੀਂ ਬੰਦੀ ਛੋੜ ਦਿਵਸ ਮਨਾ ਰਹੇ ਹਾਂ, ਸਤਿਗੁਰਾਂ ਨੂੰ ਧਿਆ ਰਹੇ ਹਾਂ ਅਸੀਂ। ਤੋ ਮਹਾਰਾਜ ਜੀ ਕਹਿੰਦੇ ਨੇ, ਗੁਰੂ ਅਰਜਨ ਦੇਵ ਜੀ, ਸਤਿਗੁਰ ਸ਼ਬਦ ਉਜਾਰੋ ਦੀਪਾ। ਸੋ ਗੁਰਬਾਣੀ ਹੀ, ਗੁਰੂ ਦਾ ਸ਼ਬਦ ਹੀ ਦੀਪਕ ਹੈ। ਇਹ ਨਹੀਂ ਉਜਾਲਾ ਕਰਨਾ, ਇਹ ਨਹੀਂ ਪ੍ਰਕਾਸ਼ ਕਰਨਾ ਗੁਰੂ ਦੀ ਬਾਣੀ ਨੇ। ਕਿਉਂਕਿ ਭਾਈ ਗੁਰਦਾਸ ਜੀ ਵੀ ਕਹਿੰਦੇ ਨੇ ਨਾ ਵੀ ਦੀਵਾਲੀ ਦੀ ਰਾਤ ਦੀਵੇ ਬਾਲੀਆਂ। ਆਪ ਜੀ ਨੇ ਬੜਾ ਸ਼ਬਦ ਇਹ ਸੁਣਿਆ ਹੋਵੇਗਾ, ਹਰਿਮੰਦਰ ਸਾਹਿਬ ਤੋਂ ਵੀ ਹੋਇਆ, ਅਲੱਗ-ਅਲੱਗ ਕੀਰਤਨੀ ਜਥਿਆਂ ਨੇ ਵੀ ਕੀਤਾ, ਦੀਵਾਲੀ ਦੀ ਰਾਤ ਦੀਵੇ ਬਾਲੀਆਂ। ਇਹ ਦੀਵੇ ਬਾਲੇ ਜਾਂਦੇ ਨੇ ਦੀਵਾਲੀ ਦੀ ਰਾਤ, ਆਪ ਜੀ ਨੇ ਵੀ ਬਾਲੇ ਹੋਣਗੇ। ਤਾਰੇ ਜਾਤ ਸਨਾਤ ਅੰਬਰ ਭਾਲੀਆਂ, ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਅਨ, ਤੀਰਥ ਜਾਤੀ ਜਾਤ ਨੈਣ ਨਿਹਾਲੀਅਨ, ਹਰ ਚੰਦੌਰੀ ਝਾਤ ਬਸਾਏ ਉਚਾਲੀਅਨ, ਗੁਰਮੁਖ ਸੁਖ ਫਲਦਾਤ ਸ਼ਬਦ ਸੰਭਾਲੀਅਨ। ਭਾਈ ਗੁਰਦਾਸ ਜੀ ਕਹਿੰਦੇ ਜਿੱਦਾਂ ਨਾ ਦੀਵਾ ਜਗਦਾ, ਖੁਸ਼ੀ ਜੀ ਹੁੰਦੀ ਨਾ, ਲਾਈਟ ਰੋਸ਼ਨੀ ਹੁੰਦਾ, ਸਭ ਨੂੰ ਖੁਸ਼ੀ ਹੁੰਦੀ ਹੈ ਦੀਵਾ ਜਗਦਾ, ਪਰ ਥੋੜੇ ਟਾਈਮ ਦੀ ਖੁਸ਼ੀ ਆ, ਦੀਵਾ ਫਿਰ ਬੁੱਝ ਜਾਣਾ। ਇਵੇਂ ਅਸਮਾਨ ਵਿੱਚ ਤਾਰੇ ਚਮਕਦੇ ਨੇ, ਪਰਮਾਨੈਂਟ ਥੋੜੀ ਹੁੰਦੇ ਨੇ, ਫਿਰ ਹਨੇਰਾ ਹੋ ਜਾਂਦਾ ਹੈ ਨਾ, ਦਿਨ ਚੜ੍ਹਦਾ ਉਹ ਨਜ਼ਰ ਨਹੀਂ ਆਉਂਦੇ। ਸੋ ਥੋੜੇ ਟਾਈਮ ਦੀ ਖੁਸ਼ੀ ਆ, ਥੋੜੇ ਟਾਈਮ ਦੀ ਉਹਨਾਂ ਦੀ ਚਮਕ ਆ। ਤੇ ਅਗਲਾ ਕਿਹੜਾ, ਫੁੱਲਾਂ ਦੀ ਬਾਗਾਤ, ਫੁੱਲ ਥੋੜਾ ਟਾਈਮ ਹੀ ਖਿਲਦੇ ਨੇ, ਚੁਣੇ ਜਾਂਦੇ ਨੇ ਵੀ ਉਹ ਦੇਖੋ ਫੁੱਲ ਖਿੜ ਗਿਆ ਨਾ, ਉਹ ਵੀ ਥੋੜਾ ਟਾਈਮ ਹੀ ਖਿਲਦੇ ਨੇ, ਥੋੜੇ ਟਾਈਮ ਦੀ ਖੁਸ਼ੀ, ਉਸ ਤੋਂ ਬਾਅਦ ਉਹ ਮੁਰਝਾ ਜਾਣਾ ਹੁੰਦਾ ਉਹਨਾਂ ਨੂੰ। ਤੀਰਥ ਜਾਤੀ ਜਾਤ ਨੈਣ ਨਿਹਾਲਣ, ਤੀਰਥ ਤੇ ਜਾ ਕੇ ਵੀ ਆਪਾਂ ਜਾਈਦਾ ਹੈ, ਖੁਸ਼ੀ ਮਿਲਦੀ ਹੈ ਵੀ ਚਲੋ ਧਾਰਮਿਕ ਸਥਾਨਾਂ ਤੇ ਆਏ ਆ, ਥੋੜੇ ਟਾਈਮ, ਉਸ ਤੋਂ ਬਾਅਦ ਫਿਰ ਉੱਥੇ ਆ। ਹਰ ਚੰਦੌਰੀ ਝਾਤ ਵਸਾਇਓ ਚਾਲਨ, ਇਹ ਇੱਕ ਹਰਿਸ਼ਚੰਦਰ ਦੀ ਜਿਹੜੀ ਨਗਰੀ ਦੱਸੀ ਗਈ ਹੈ ਗ੍ਰੰਥਾਂ ਦੇ ਵਿੱਚ, ਤਾਂ ਉਹਦਾ ਵੀ ਭਾਈ ਗੁਰਦਾਸ ਜੀ ਨੇ ਜ਼ਿਕਰ ਕਰ ਦਿੱਤਾ ਵੀ ਉਹ ਵੀ ਕਲਪਤ ਜਿਹੜੀ ਹੈ ਉਹ ਵੀ ਪੱਕੀ ਨਹੀਂ ਹੈਗੀ। ਲੇਕਿਨ ਗੁਰੂ ਜਿਹੜਾ ਗੁਰਮੁਖ ਆ, ਇਹਨੂੰ ਪਰਮਾਨੈਂਟ ਖੁਸ਼ੀ ਕਾਹਦੇ ਵਿੱਚ ਆ, ਇਹਦੀ ਪਰਮਾਨੈਂਟ ਰੋਸ਼ਨੀ ਕਾਹਦੇ ਵਿੱਚ ਹੈ? ਇਹਦੇ ਕੋਲ ਹੈਗੇ ਆ ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲਿਆ। ਸੁੱਖ ਦਾ ਫਲ ਕੀ ਆ ਗੁਰਮੁਖ ਕੋਲ? ਉਹ ਸ਼ਬਦ ਨੂੰ ਸੰਭਾਲਦਾ ਹੈ। ਮਤਲਬ ਜੋ ਗੁਰੂ ਮਹਾਰਾਜ ਦੀ ਬਾਣੀ ਵਿੱਚ ਕਹਿ ਰਹੇ ਨੇ, ਉਹਨੂੰ ਆਪਣੇ ਜੀਵਨ ਦੇ ਵਿੱਚ ਕਮਾਉਂਦਾ, ਉਸ ਮਾਰਗ ਦੇ ਉੱਤੇ ਚੱਲਦਾ। ਸੋ ਕਿੰਨਾ ਸਾਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਵਰਗੇ ਗੁਰੂ ਕੇ ਸਿੱਖ, ਗੁਰੂ ਦੇ ਚਰਨਾਂ ਦੇ ਭੋਰੇ ਸਾਨੂੰ ਕਿੰਨੀ ਸਿੱਖਿਆ ਦੇ ਰਹੇ ਨੇ, ਭਾਈ ਗੁਰੂ ਕੇ ਸ਼ਬਦ ਦੇ ਨਾਲ ਤੁਸੀਂ ਜੁੜੋ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ, ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ, ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ। ਉਹ ਕਹਿੰਦੇ ਨਾਮ ਹੀ ਦੀਵਾ ਆ ਸਾਡਾ, ਤਾਂ ਮਹਾਰਾਜ ਜੀ ਕਹਿੰਦੇ ਨਾਮ ਹੀ ਦੀਵਾ ਆ। ਤੇਲ ਕਾਹਦਾ ਮਹਾਰਾਜ ਜੀ ਫਿਰ ਤੁਸੀਂ ਦੀਵੇ ਚ ਪਾਉਂਦੇ ਹੋ? ਮਹਾਰਾਜ ਜੀ ਕਹਿੰਦੇ ਦੁੱਖ ਵਿੱਚ ਪਾਇਆ ਤੇਲ। ਮਤਲਬ ਜਿਵੇਂ ਤੇਲ ਸੜਦਾ ਨਾ ਦੀਵੇ ਦੇ ਵਿੱਚ, ਤੇ ਉਹ ਨਾਮ ਦੇ ਨਾਲ ਦੁੱਖ ਸੜ ਜਾਂਦੇ ਨੇ, ਖਤਮ ਹੋ ਜਾਂਦੇ ਨੇ ਜੀਵਨ ਦੇ ਦੁੱਖ। ਕਿੱਡਾ ਵੱਡਾ ਜ਼ਬਰਦਸਤ ਫਾਰਮੂਲਾ ਦੇ ਦਿੱਤਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ। ਮਹਾਰਾਜ ਕਹਿੰਦੇ ਉਹ ਚਾਨਣ ਉਹ ਸੋਖਿਆ, ਚੂਕਾ ਜਮ ਸਿਓ ਮੇਲ, ਲੋਕਾਂ ਮਤ ਕੋ ਫੱਕੜ ਪਾਏ, ਲੱਖ ਮੜਿਆ ਕਰ ਏਕਠੇ, ਏਕ ਰੱਤੀ ਲੈ ਪਾਹੇ। ਮਹਾਰਾਜ ਕਹਿੰਦੇ ਨੇ ਜਿਹੜਾ ਦੀਵਾ ਇੱਕ ਨਾਮ ਦੱਸ ਦਿੱਤਾ ਮਹਾਰਾਜ ਨੇ, ਤੇ ਜਦੋਂ ਨਾਮ ਜਪਦੇ ਆ ਤਾਂ ਸਾਡੇ ਦੁੱਖ ਜਿਹੜੇ ਸੜਨੇ ਸ਼ੁਰੂ ਹੋ ਜਾਂਦੇ, ਜਿਵੇਂ ਤੇਲ ਸੜੀ ਜਾਂਦਾ ਨਾ, ਦੀਵਾ ਬਲੀ ਜਾਂਦਾ, ਇਵੇਂ ਹੀ ਨਾਮ ਦਾ ਜਦੋਂ ਦੀਵਾ ਸਾਡੇ ਅੰਦਰ ਬਲਦਾ, ਸੱਚਾ ਪ੍ਰਕਾਸ਼ ਅੰਦਰ ਹੋਣ ਲੱਗ ਜਾਂਦਾ, ਸੱਚ ਦੇ ਮਾਰਗ ਤੇ ਜਦੋਂ ਅਸੀਂ ਚੱਲਣ ਲੱਗ ਜਾਂਦੇ ਹਾਂ, ਸ਼ੁਭ ਗੁਣਾਂ ਦੇ ਅਸੀਂ ਧਾਰਨੀ ਹੋਣ ਲੱਗ ਜਾਂਦੇ ਹਾਂ, ਜੀਵਨ ਵਿੱਚੋਂ ਦੁੱਖਾਂ ਦਾ, ਅਗਿਆਨਤਾ ਦਾ ਨਾਸ਼ ਹੋਣ ਲੱਗ ਜਾਂਦਾ। ਮਹਾਰਾਜ ਕਹਿੰਦੇ ਲੋਕਾਂ ਮੱਤ ਕੋ ਫੱਕੜ ਪਾਏ, ਇਹਨੂੰ ਐਵੇਂ ਹੀ ਨਾ ਇਸ ਗੱਲ ਨੂੰ ਸਮਝ ਲਿਓ ਤੁਸੀਂ। ਕੀ ਫਿਰ ਮਹਾਰਾਜ ਜੀ ਕੀ ਹੈ? ਮਹਾਰਾਜ ਕਹਿੰਦੇ ਲੱਖ ਮੜਿਆ ਕਰ ਏਕਟੇ, ਏਕ ਰੱਤੀ ਲੈ ਪਾਏ। ਲੱਖਾਂ ਮਣ ਲੱਕੜਾਂ ਜਿਹੜੀਆਂ ਇਕੱਠੀਆਂ ਕਰ ਲਓ ਤੇ ਉਹਨੂੰ ਅੱਗ ਲਾ ਦੋ,
ਉਹ ਸੜ ਜਾਂਦੀਆਂ, ਸੜ ਕੇ ਸਵਾਹ ਹੋ ਜਾਂਦੇ ਨੇ। ਇਵੇਂ ਹੀ ਸਾਡੇ ਲੱਖਾਂ ਹੀ ਪਾਪ ਹੋਣ, ਔਗਣ ਹੋਣ, ਗੁਨਾਹ ਹੋਣ, ਇਹ ਨਾਮ ਦੁੱਖ ਹੋਣ ਸਾਡੇ ਕੋਲ ਜੀਵਨ ਦੇ ਵਿੱਚ, ਨਾਮ ਦੇ ਵਿੱਚ ਇਹ ਸਾਰੇ ਹੀ ਸੜ ਕੇ ਸਵਾਹ ਹੋ ਜਾਂਦੇ ਨੇ। ਸੋ ਸੰਗਤ ਜੀ, ਸਾਰੇ ਆਪਣੇ ਆਪਣੇ ਦੁੱਖਾਂ ਦੇ ਰੋਣੇ ਰੋਂਦੇ ਆ ਨਾ ਜੀਵਨ ਭਰ, ਤਾਂ ਇਹਦਾ ਹੱਲ ਕੀ ਦੱਸਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ? ਨਾਮ। ਗੁਰੂ ਦੀ ਸ਼ਬਦ ਦੀ ਬਾਣੀ ਦੀ ਵਿਚਾਰ, ਇਹ ਸਾਰਾ ਨਾਮ ਹੀ ਹੈ, ਸਾਰੀ ਬਾਣੀ। ਉਸ ਮਾਰਗ ਤੇ ਚੱਲਣਾ, ਜਿੱਦਾਂ ਦੀ ਸਾਡੀ ਰਹਿਤ ਮਰਿਆਦਾ ਬਣਾ ਦਿੱਤੀ ਸਤਿਗੁਰਾਂ ਨੇ ਸਾਡੇ ਲਈ, ਉਹਨੂੰ ਫੋਲੋ ਕਰਨਾ, ਉਹਦੇ ਵਿੱਚ ਚੱਲਣਾ। ਇੱਕ ਅਸੀਂ ਬਾਹਰੀ ਰਹਿਤ ਮਰਿਆਦਾ ਉਹਨੂੰ ਫੋਲੋ ਕਰੀ ਜਾਂਦੇ ਹਾਂ, ਉਹ ਅੱਛੀ ਗੱਲ ਹੈ, ਲੇਕਿਨ ਮਨ ਦੀ ਰਹਿਤ, ਮਨ ਦੀ ਰਹਿਤ, ਮਨ ਨੂੰ ਕਿੱਥੇ ਟਿਕਾਣਾ, ਕਿੱਥੇ ਰੱਖਣਾ, ਮਨ 'ਚ ਕੀ ਸੋਚਣਾ, ਮਨ ਦੁਆਰਾ ਕੀ ਯਾਦ ਕਰਨਾ, ਮਨ 'ਚ ਸੋਚ ਕਿਹੋ ਜਿਹੀ ਰੱਖੀਏ ਤਾਂ ਕਿ ਸਾਡੇ ਸ਼ਬਦ ਹੋ ਜਾਏ ਨਿਕਲਣ ਸਾਡੇ ਅੰਦਰ, ਕਿਹੋ ਜਿਹੀ ਸੋਚ ਰੱਖੀਏ ਸਾਡੇ ਐਕਸ਼ਨਸ ਹੋ ਜਾਣ, ਸਾਡੇ ਕਰਮ ਹੋ ਜਾਣ। ਜਿਹਨੂੰ ਕਹਿੰਦੇ ਮਨ ਬਚ ਕਰਮ ਪ੍ਰਭ ਆਪਣਾ ਧਿਆਈ, ਨਾਨਕ ਦਾਸ ਤੇਰੀ ਸਰਨਾਈ। ਸੋ ਸੰਗਤ ਜੀ, ਨਾਮ ਦਾ ਦੀਵਾ ਸਾਡੇ ਅੰਦਰ ਬਲਦਾ ਰਹੇ, ਇਹ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਸੀਂ ਬੇਨਤੀਆਂ ਕਰੀਏ। ਤਾਂ ਇਸ ਦਿਨ ਸੰਗਤਾਂ ਨਾ ਬੜਾ ਉਹ ਲਕਸ਼ਮੀ ਪੂਜਾ ਕਰਦੀਆਂ। ਆਪਣੇ ਭਾਰਤ ਵਰਸ਼ ਦਾ ਬੜਾ ਕਲਚਰ ਆ, ਲਕਸ਼ਮੀ ਦੀ ਪੂਜਾ ਕਰਦੇ ਨੇ। ਲਕਸ਼ਮੀ ਲੋਕ ਪੈਸੇ ਨੂੰ ਸਮਝਦੇ ਨੇ, ਬੜਾ ਵੱਡਾ ਭੁਲੇਖਾ। ਲਕਸ਼ਮੀ ਇਕੱਲਾ ਪੈਸਾ ਨਹੀਂ ਆ। ਰਿਸ਼ੀ ਵੇਦ ਵਿਆਸ ਜੀ, ਜਿਹਦਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਮ ਹੀ ਭਰਦੇ ਨੇ, ਵੀ ਕਹਿੰਦੇ ਪੁੱਛੋ ਜਾ ਕੇ ਵੇਦ ਵਿਆਸ ਜੀ ਨੂੰ ਪੁੱਛ ਲਓ। ਬਾਣੀ ਦੀ ਪੰਕਤੀ ਆ, ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੇ ਨਾਰਦੇ ਵੇਦ ਵਿਆਸੇ ਕੋਏ। ਕਹਿੰਦੇ ਗੁਰੂ ਤੋਂ ਬਿਨਾਂ ਗਿਆਨ ਨਹੀਂ ਹੁੰਦਾ। ਕਿਹਨੂੰ ਕਿਹਨੂੰ ਪੁੱਛੋ? ਕਹਿੰਦੇ ਬ੍ਰਹਮਾ ਜੀ ਨੂੰ ਪੁੱਛ ਲਓ, ਚਾਹੇ ਨਾਰਦ ਜੀ ਨੂੰ ਪੁੱਛ ਲਓ, ਚਾਹੇ ਜਿਨ੍ਹਾਂ ਨੇ ਵੇਦ ਰਚੇ ਆ, ਲਿਖੇ ਆ, ਉਹ ਰਿਸ਼ੀ ਵੇਦ ਵਿਆਸ ਜੀ ਨੂੰ ਪੁੱਛ ਲਓ। ਗੁਰੂ ਤੋਂ ਬਿਨਾਂ ਵੀ ਗਿਆਨ ਹੋ ਸਕਦਾ। ਮਤਲਬ ਐਡਾ ਵੱਡਾ ਇਹਨਾਂ ਦੀ ਗਵਾਹੀ ਭਰ ਰਹੇ ਨੇ ਰਿਸ਼ੀ ਵੇਦ ਵਿਆਸ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਵੀ ਉਹਨਾਂ ਨੂੰ ਪੁੱਛੋ। ਇਹਦਾ ਮਤਲਬ ਬੜੇ ਸਿਆਣੇ ਆ, ਬੜੇ ਸਮਝਦਾਰ ਆ। ਉਹ ਰਿਸ਼ੀ ਵੇਦ ਵਿਆਸ ਜੀ ਨੇ ਇੱਕ ਕਥਾ ਲਿਖੀ ਹੈ, ਉਹ ਕੰਮ ਆਵੇਗੀ ਸਾਡੇ ਸਭ ਦੇ, ਬਹੁਤ ਕੰਮ ਆਵੇਗੀ ਸਾਡੇ ਜੀਵਨ ਦੇ ਲਈ। ਉਹਨਾਂ ਨੇ ਪਹਿਲਾਂ ਤਾਂ ਲਕਸ਼ਮੀ ਦੇ ਰੂਪ ਦੱਸੇ ਨੇ। ਆਪਾਂ ਇਕੱਲਾ ਪੈਸਾ ਹੀ ਸਮਝੀ ਜਾਂਦੇ ਹਾਂ, ਇਹ ਨਹੀਂ। ਲਕਸ਼ਮੀ ਦੇ ਰੂਪ ਰਿਸ਼ੀ ਵੇਦ ਵਿਆਸ ਜੀ ਕਹਿੰਦੇ ਨੇ ਵੀ ਚਲੋ ਇਹਨੂੰ ਆਪਾਂ ਸਟੋਰੀ ਸਮਝਦੇ ਹਾਂ, ਉੱਥੋਂ ਸਾਨੂੰ ਪਤਾ ਲੱਗ ਜਾਊਗਾ। ਉਹਨਾਂ ਨੇ ਇੱਕ ਕਥਾ ਲਿਖੀ ਹੈ ਰਿਸ਼ੀ ਵੇਦ ਵਿਆਸ ਜੀ ਨੇ। ਉਹ ਕਹਿੰਦੇ ਇੱਕ ਰਾਜਾ ਸੀ। ਸੋ ਰਾਜਾ ਇੱਕ ਦਿਨ ਖੜਾ ਆ, ਉਹ ਕੀ ਦੇਖਦਾ ਆ, ਉਹਦੇ ਅੰਦਰੋਂ ਇੱਕ ਲਾਈਟ, ਇੱਕ ਪ੍ਰਕਾਸ਼ ਜਿਹੜਾ ਬਾਹਰ ਨਿਕਲ ਕੇ ਜਾ ਰਿਹਾ। ਜਦੋਂ ਪ੍ਰਕਾਸ਼ ਬਾਹਰ ਜਾ ਰਿਹਾ ਤਾਂ ਉਹਨੇ ਪੁੱਛਿਆ, ਭਾਈ ਤੂੰ ਕੌਣ ਆ, ਮੇਰੇ ਅੰਦਰੋਂ ਬਾਹਰ ਕਿਉਂ ਜਾ ਰਿਹਾ? ਉਹਨੇ ਕਿਹਾ ਮੈਂ ਤੇਰੀ ਸ਼੍ਰੀ ਹਾਂ। ਸ਼੍ਰੀ ਪੈਸਾ, ਲਕਸ਼ਮੀ, ਤੇਰੀ ਬਰਕਤ, ਤੇ ਮੈਂ ਚੱਲੀ ਤੇਰੇ ਜੀਵਨ 'ਚ, ਕਿਉਂਕਿ ਤੇਰੇ ਪੁੰਨ ਖਤਮ ਹੋ ਗਏ ਨੇ, ਮੈਂ ਜਾ ਰਹੀ ਹਾਂ ਤੇਰੇ ਜੀਵਨ 'ਚ। ਉਹ ਸ਼ਾਂਤ ਰਿਹਾ ਰਾਜਾ। ਫਿਰ ਦੂਸਰੀ ਸ਼ਕਤੀ ਲਾਈਟ ਇੱਕ ਵਾਰ ਫਿਰ ਨਿਕਲੀ। ਉਹਨੇ ਕਿਹਾ ਤੂੰ ਕੌਣ ਆ ਤੇ ਕਿੱਥੇ ਜਾ ਰਹੀ ਆ? ਉਹਨੇ ਕਿਹਾ ਜਿੱਥੇ ਸ਼੍ਰੀ ਨਹੀਂ ਆ, ਜਿੱਥੇ ਬਰਕਤ ਨਹੀਂ, ਜਿੱਥੇ ਪੈਸਾ ਨਹੀਂ ਆ, ਉੱਥੇ ਮੈਂ ਵੀ ਚੱਲਿਆ। ਤੂੰ ਕੌਣ ਆ ਭਾਈ? ਉਹਨੇ ਕਿਹਾ ਮੈਂ ਤੇਰਾ ਵੈਭਵ ਲਕਸ਼ਮੀ ਆ। ਮੈਂ ਲਕਸ਼ਮੀ ਦਾ ਹੀ ਰੂਪ ਆ, ਲੇਕਿਨ ਮੈਂ ਵੈਭਵ ਲਕਸ਼ਮੀ ਆ। ਉਹ ਕੀ ਆ? ਧਨ, ਪ੍ਰੋਪਰਟੀ, ਇਹ ਵੀ ਹੁਣ ਤੇਰੇ 'ਚ, ਕਿਉਂਕਿ ਤੇਰੇ ਪੁੰਨ ਖਤਮ ਹੋ ਗਏ, ਚੱਲੇ ਤੇਰੇ ਜੀਵਨ ਦੇ ਵਿੱਚ। ਹੁੰਦਾ ਨਹੀਂ ਕਈਆਂ ਦਾ ਵਿਕ ਜਾਂਦਾ ਸਾਰਾ ਕੁਛ, ਇਹ ਵੀ ਚੱਲਿਆ। ਚਲੋ, ਇੱਕ ਹੋਰ ਸ਼ਕਤੀ ਲਾਈਟ ਅੰਦਰੋਂ ਨਿਕਲੀ, ਵੀ ਤੂੰ ਕੌਣ ਆ? ਉਹ ਕਹਿੰਦੀ ਮੈਂ ਵੀ ਤੈਨੂੰ ਛੱਡ ਕੇ ਚੱਲੀ ਹਾਂ। ਵੀ ਤੂੰ ਕੀ ਚੀਜ਼ ਆ? ਉਹਨੇ ਕਿਹਾ ਮੈਂ ਭੋਗ ਲਕਸ਼ਮੀ ਆ। ਹੈ ਲਕਸ਼ਮੀ ਦਾ ਰੂਪ ਆ, ਮਤਲਬ ਇਕੱਲਾ ਆਪਾਂ ਪੈਸੇ ਨੂੰ ਬਣਾ ਲੈਂਦੇ, ਇਹਦੇ ਰੂਪ ਨੇ। ਉਹਨੇ ਕਿਹਾ ਭੋਗ ਲਕਸ਼ਮੀ? ਹਾਂ। ਉਹਨੇ ਕਿਹਾ ਅੱਜ ਤੱਕ ਤੈਨੂੰ ਕਿੰਨਾ ਭੋਗ ਭੋਗਣ ਨੂੰ ਸਾਰਾ ਕੁਛ ਮਿਲਿਆ, ਸੋ ਹੁਣ ਤੋਂ ਤੇਰੇ ਕੋਲ ਜਿਹੜੀਆਂ ਚੀਜ਼ਾਂ ਦਾ ਭੋਗ ਤੈਨੂੰ ਭੋਗਣਾ ਨਹੀਂ ਮਿਲਣਾ। ਮਤਲਬ ਪੈਸਾ ਜ਼ਿੰਦਗੀ 'ਚ ਹੁੰਦਾ, ਕਈ ਵਾਰ ਸਾਨੂੰ ਭੋਗਣਾ ਨਹੀਂ ਮਿਲਦਾ। ਜ਼ਿੰਦਗੀ ਨੋਟ ਕਰ ਲਓ, ਕਹਿੰਦੇ ਕਮਾਇਆ ਬੜਾ, ਭੋਗ ਕੇ ਦਿਖਿਆ ਹੀ ਨਹੀਂ। ਭੋਗ ਦਾ ਕੋਈ ਹੋਰ ਹੀ ਰਹਿ ਜਾਂਦਾ। ਹਾਂ, ਉਹ ਕਹਿੰਦੇ ਤੇਰਾ ਭੋਗ ਲਕਸ਼ਮੀ ਹੁੰਦਾ ਨਹੀਂ, ਕਈ ਚੌਂਕੀਦਾਰੇ ਬਣੇ ਰਹਿ ਜਾਂਦੇ ਨੇ, ਵਰਤ ਹੀ ਨਹੀਂ ਪਾਉਂਦੇ। ਮਤਲਬ ਅਸੀਂ ਭੋਗ ਲਕਸ਼ਮੀ, ਮੈਂ ਤੇਰਾ ਉਹ ਵੀ ਰੂਪ ਚੱਲਿਆ। ਅਗਲੀ ਇੱਕ ਹੋਰ ਸ਼ਕਤੀ ਬਾਹਰ ਨਿਕਲੀ, ਵੀ ਤੂੰ ਕੌਣ ਆ? ਕਹਿੰਦੀ ਮੈਂ ਅਰੋਗ ਲਕਸ਼ਮੀ। ਅੱਗੇ ਤੇਰਾ ਤਨ ਤੰਦਰੁਸਤ ਸੀ, ਹੁਣ ਤੂੰ ਰੋਗੀ ਹੋ ਜਾਣਾ। ਅਰੋਗਤਾ ਮੈਂ ਚੱਲੀ ਹਾਂ, ਮੈਂ ਉਹ ਵੀ ਲਕਸ਼ਮੀ ਦਾ ਹੀ ਰੂਪ ਗਿਣਿਆ। ਸੋ ਹੁਣ ਤੂੰ ਬਿਮਾਰ ਰਹੇਗਾ। ਹੁਣ ਦੇਖੋ, ਜਿਹੜਾ ਬੰਦਾ ਬਿਮਾਰ ਹੀ ਹੈ ਹਰ ਵੇਲੇ, ਉਹ ਕਿੱਦਾਂ ਦਾ ਉਹਦਾ ਜੀਵਨ ਹੁੰਦਾ ਹੈ। ਸੋ ਇਹ ਵੀ ਲਕਸ਼ਮੀ ਦਾ ਇੱਕ ਰੂਪ ਆ, ਮੈਂ ਵੀ ਚੱਲਿਆ। ਠੀਕ ਹੈ, ਅਗਲਾ ਆ ਗਿਆ, ਹੋਰ ਸ਼ਕਤੀ ਨਿਕਲ ਕੇ ਬਾਹਰ ਚੱਲੀ, ਯੋਗ ਲਕਸ਼ਮੀ। ਭਾਈ ਤੂੰ ਕੌਣ ਆ? ਉਹਨੇ ਕਿਹਾ ਵੀ ਲਕਸ਼ਮੀ ਤਾਂ ਆ ਗਈ, ਪਰ ਟਿਕੀ ਨਹੀਂ।
ਕਈ ਦੇਖਿਆ ਨੀ ਕਹਿੰਦੇ ਪਿਤਾ ਪੁਰਖਾਂ ਦੀ ਜਾਇਦਾਦ ਮਿਲੀ ਉਹ ਵੀ ਉਜਾੜ ਕੇ ਰੱਖ ਦਿੱਤੀ, ਲੋਟਰੀ ਲੱਗੀ ਉਹ ਫਿਰ ਉੱਥੇ ਦਾ ਉੱਥੇ ਹੀ ਹੈ। ਹੁੰਦਾ ਹੈ ਯੋਗ ਹੀ ਨਹੀਂ ਆ, ਤੇਰੇ ਕੋ ਠਹਿਰਨ ਦਾ ਯੋਗ ਨਹੀਂ ਹੈ, ਮੈਂ ਵੀ ਚੱਲੀ ਹਾਂ। ਅਗਲੀ ਆ ਗਈ ਕੀਰਤੀ ਲక్ష్ਮੀ। ਰਾਜਾ ਕਿਸੇ ਨੂੰ ਨਹੀਂ ਰੋਕਦਾ, ਜਾਈ ਰਜਾ ਰਹੀਆਂ ਇਹ ਲਾਈਟ ਅੰਦਰੋਂ। ਕੀਰਤੀ ਲక్ష్ਮੀ ਉਹਨੇ ਕਿਹਾ ਮੈਂ ਤੇਰਾ ਇੱਜ਼ਤ ਅਮਾਨ ਤੇਰਾ ਸਟੇਟਸ ਮੈਂ ਵੀ ਚੱਲਿਆ, ਹੁਣ ਇਹ ਵੀ ਨਹੀਂ ਤੇਰੇ ਕੋਲ ਰਹਿਣਾ। ਉਹ ਸ਼ਾਂਤ ਰਿਹਾ। ਅਗਲੀ ਆ ਗਈ ਲక్ష్ਮੀ, ਮੋਖ ਲక్ష్ਮੀ, ਕਹ ਮੈਂ ਵੀ ਚੱਲੀ ਹਾਂ, ਹੁਣ ਤੂੰ ਬੰਦਰਾਂ 'ਚ ਚੰਗੀ ਤਰ੍ਹਾਂ ਫਸਿਆ ਰਹੂੰਗਾ। ਉਥੋਂ ਅਗਲੀ ਸ਼ਕਤੀ ਉਹ ਨਿਕਲੀ। ਉਹਨੇ ਕਿਹਾ ਤੂੰ ਕੌਣ ਆ? ਉਹਨੇ ਕਿਹਾ ਮੈਂ ਤੇਰਾ ਸੱਚ, ਮੈਂ ਤੇਰਾ ਧਰਮ। ਉੱਥੇ ਰਾਜਾ ਅਲਰਟ ਹੋ ਗਿਆ। ਉਹਨੇ ਕਿਹਾ ਸੱਚ ਧਰਮ ਰੁਕ ਜਾ, ਮੈਂ ਸੱਚ ਤੇ ਧਰਮ ਨੂੰ ਪੁੱਛਣਾ ਚਾਹੁੰਦਾ। ਜਦੋਂ ਮੈਂ ਤੁਹਾਡਾ ਕਦੀ ਸਾਥ ਨਹੀਂ ਛੱਡਿਆ, ਤੁਸੀਂ ਕੌਣ ਹੁੰਦੇ ਮੈਨੂੰ ਛੱਡ ਕੇ ਜਾਣ ਵਾਲੇ? ਤੁਸੀਂ ਮੈਨੂੰ ਕਿਵੇਂ ਛੱਡ ਸਕਦੇ ਹੋ? ਸੱਚ ਤੇ ਧਰਮ ਨੂੰ ਰਾਜਾ ਕਹਿੰਦਾ ਆ ਬਈ ਮੈਂ ਉਹ ਗਈ, ਵੈਭਵ ਲక్ష్ਮੀ ਗਈ, ਸ਼੍ਰੀ ਗਈ, ਭੋਗ ਲక్ష్ਮੀ ਗਈ, ਰੋਗ ਲక్ష్ਮੀ ਗਈ, ਯੋਗ ਲక్ష్ਮੀ ਗਈ, ਕੀਰਤੀ ਲక్ష్ਮੀ ਗਈ, ਮੋਖ, ਮੈਂ ਸਾਰਿਆਂ ਕੁਛ ਨੂੰ ਜਾਣ ਦਿੱਤਾ, ਮੈਂ ਕਿਸੇ ਨੂੰ ਨਹੀਂ ਰੋਕਿਆ। ਲੇਕਿਨ ਮੈਂ ਸੱਚ ਤੇ ਧਰਮ ਨੂੰ ਪੁੱਛ ਰਿਹਾ, ਤੁਸੀਂ ਮੈਨੂੰ ਕਿਉਂ ਛੱਡ ਕੇ ਜਾ ਰਹੇ ਹੋ ਜਦੋਂ ਮੈਂ ਨਹੀਂ ਕਦੀ ਤੁਹਾਡਾ ਸਾਥ ਛੱਡਿਆ? ਹੁਣ ਧਰਮ ਕੀ ਹੈ? ਆਪਣਾ ਪਾਰਟ ਇਮਾਨਦਾਰੀ ਨਾਲ ਪਲੇ ਕਰਨਾ ਸਭ ਤੋਂ ਵੱਡਾ ਧਰਮ ਹੈ, ਛੋਟਾ ਧਰਮ ਨਹੀਂ ਹੈ। ਕਈ ਵਾਰ ਅਸੀਂ ਨਾਮ ਬੜਾ ਜਪਦੇ ਹਾਂ, ਅੰਦਰ ਖੋਟਾਂ ਲੈ ਕੇ ਬੈਠੇ, ਅਸੀਂ ਧਰਮੀ ਨਹੀਂ ਹੈਗੇ। ਲਿਖਾ ਹੈ ਸਾਨੂੰ ਬੜਾ ਵੱਡਾ, ਮਨ ਵਿੱਚ ਖੋਟ ਨਹੀਂ ਰੱਖਣੀ ਹੈ। ਉਹਨੇ ਕਿਹਾ ਮੈਂ ਧਰਮ ਦਾ ਕਦੀ ਸਾਥ ਨਹੀਂ ਛੱਡਿਆ, ਮੇਰਾ ਧਰਮ ਆ ਇਮਾਨਦਾਰੀ ਨਾਲ ਆਪਣੀ ਪ੍ਰਜਾ ਨੂੰ ਸੁੱਖ ਦੇਣਾ। ਆਪਣਾ ਸੁੱਖ ਨਹੀਂ ਦੇਖਣਾ, ਪ੍ਰਜਾ ਦਾ ਸੁੱਖ ਪਹਿਲਾਂ ਦੇਖਣਾ। ਮੈਂ ਇਮਾਨਦਾਰੀ ਨਾਲ ਕਹਿੰਦਾ ਆਪਣਾ ਧਰਮ ਦਾ ਰਾਜ ਕੀਤਾ, ਮੈਂ ਕਿਸੇ ਨੂੰ ਦੁੱਖ ਨਹੀਂ ਦਿੱਤਾ, ਪ੍ਰਜਾ ਨੂੰ ਬੱਚਿਆਂ ਦੀ ਤਰ੍ਹਾਂ ਪਾਲਿਆ, ਔਰ ਸੱਚਾ ਸੁੱਚਾ ਉਹ ਕਹਿੰਦਾ ਮੈਂ ਆਪਣਾ ਰਾਜ ਨਿਭਾਇਆ। ਨਾਲ ਉਹ ਕਹਿੰਦਾ ਧਰਮ ਵਿੱਚ ਪੂਜਾ ਅਰਚਨਾ ਆ ਜਾਂਦੀ ਆ, ਮੈਂ ਕਦੀ ਪੂਜਾ ਅਰਚਨਾ 'ਚ ਕੋਈ ਕਮੀ ਛੱਡੀ? ਧਰਮ ਦੇ ਵਿੱਚ ਦਾਨ ਦਇਆ ਵੀ ਆ ਜਾਂਦੀ ਹੈ, ਧਰਮ ਦੇ ਬੜਾ ਵੱਡਾ ਰੂਪ ਆ, ਛੋਟਾ ਨਹੀਂ ਆ। ਉਹਨੇ ਕਿਹਾ ਮੈਂ ਦਾਨ ਦਇਆ ਸਭ ਕੁਛ ਕੀਤਾ ਜੋ ਇੱਕ ਧਾਰਮਿਕ ਅਨੁਸਾਰ ਕਰਨਾ ਚਾਹੀਦਾ, ਔਰ ਮੈਂ ਇਮਾਨਦਾਰੀ ਦੇ ਨਾਲ ਆਪਣਾ ਰਾਜ ਕੀਤਾ। ਸੱਚ ਅਤੇ ਧਰਮ ਮੈਨੂੰ ਕਿਉਂ ਛੱਡ ਕੇ ਜਾ ਰਹੇ ਜਦ ਕਿ ਮੈਂ ਨਹੀਂ ਤੁਹਾਨੂੰ ਛੱਡਿਆ? ਜਦੋਂ ਇੰਨੀ ਰਾਜੇ ਨੇ ਬੜੇ ਡੰਕੇ ਦੀ ਚੋਟ ਤੇ ਕਿਹਾ ਵੀ ਮੈਂ ਜਦੋਂ ਤੁਹਾਡਾ ਸਾਥ ਨਹੀਂ ਛੱਡਿਆ ਤੁਸੀਂ ਮੈਨੂੰ ਕਿਉਂ ਛੱਡ ਸਕਦੇ ਹੋ? ਉਸੇ ਵੇਲੇ ਇੱਕਦਮ ਸੱਚ ਤੇ ਧਰਮ ਉਹਦੇ ਅੰਦਰ ਪ੍ਰਵੇਸ਼ ਕਰ ਗਏ। ਸਾਰੀ ਜਿਹੜੀ ਲਾਈਟ ਬਾਹਰ ਗਈ ਸੀ ਇੱਕ ਇੱਕ ਕਰਕੇ ਵਾਪਸ ਉਹਦੇ ਅੰਦਰ ਸਾਰੀ ਅੰਦਰ ਆ ਗਈ। ਫਿਰ ਕੀ ਦੱਸਿਆ ਗਿਆ ਉਹਨੂੰ ਰਾਜੇ ਨੂੰ? ਫਿਰ ਉਹਨਾਂ ਨੇ ਕਿਹਾ ਵੀ ਇਹ ਤੇਰਾ ਇੱਕ ਟੈਸਟ ਪੇਪਰ ਸੀ, ਪਰਚਾ ਸੀ ਤੇਰੇ ਉੱਤੇ ਪਾਇਆ ਗਿਆ, ਕਿਉਂਕਿ ਤੂੰ ਧਰਮੀ ਹੈ, ਤੂੰ ਧਰਮੀ ਹੈ, ਤੂੰ ਸੱਚਾ ਆ। ਹੁਣ ਤੇਰੇ ਤੇ ਟੈਸਟ ਪੇਪਰ ਪਾਇਆ ਕਿ ਤੂੰ ਡੋਲਦਾ ਹੈ ਇਹਨਾਂ ਚੀਜ਼ਾਂ ਦੇ ਜਾਣ ਦੇ ਨਾਲ। ਰਾਜਾ ਡੋਲਿਆ ਨਹੀਂ। ਸੋ ਜਿਹੜਾ ਸਹੀ ਮੈਨੇ ਸੱਚਾ ਧਰਮੀ ਬੰਦਾ ਉਹ ਕਦੋਂ ਡੋਲਦਾ? ਉਹ ਕਹਿੰਦਾ ਮੇਰੇ ਜੀਵਨ ਚੋਂ ਸੱਚ ਨਾ ਚਲਾ ਜਾਵੇ, ਉਹ ਕਹਿੰਦਾ ਮੇਰੇ ਜੀਵਨ ਚੋਂ ਧਰਮ ਨਾ ਚਲਾ ਜਾਵੇ, ਬਾਕੀ ਕੁਝ ਜਾਂਦਾ ਤਾਂ ਜਾਵੇ। ਸੋ ਜਿਹਦੇ ਜੀਵਨ ਵਿੱਚ ਸੱਚ ਆ, ਜਿਹਦੇ ਜੀਵਨ ਵਿੱਚ ਧਰਮ ਆ, ਇਹ ਚੀਜ਼ਾਂ ਆਟੋਮੈਟਿਕਲੀ ਉਹਦੇ ਜੀਵਨ ਵਿੱਚ ਆ ਜਾਣੀਆਂ ਨੇ, ਉਸੇ ਵੇਲੇ ਆ ਗਈਆਂ। ਤਾਂ ਸੰਗਤ ਜੀ ਇਹ ਕਿੰਨਾ ਹੁਣ ਇਹ ਸਾਨੂੰ ਮਹਾਂਪੁਰਖ ਰਿਸ਼ੀ ਵੇਦ ਵਿਆਸ ਜੀ ਨੇ ਵੀ ਕੀ ਸਮਝਾਇਆ ਵੀ ਤੁਸੀਂ ਪੈਸੇ ਪਿੱਛੇ ਨਾ ਭੱਜੋ, ਕੀਰਤੀ ਪਿੱਛੇ ਨਾ ਭੱਜੋ, सम्मान ਪਿੱਛੇ ਨਾ ਭੱਜੋ ਵੀ ਸਾਨੂੰ ਕੋਈ सम्मान ਦੇਵੇ। ਨਹੀਂ, ਤੁਸੀਂ ਆਪਣਾ ਸੱਚ ਔਰ ਧਰਮ ਨਿਭਾਓ। ਉਹਨਾਂ ਨੇ ਕਿਹਾ ਪੂਜਾ ਅਰਚਨਾ ਸੱਚ ਦਇਆ ਧਰਮ ਮੈਂ ਕਦੀ ਨਹੀਂ ਛੱਡਿਆ, ਬਸ ਇਹ ਚੀਜ਼ਾਂ ਨਹੀਂ ਅਸੀਂ ਛੱਡਣੀਆਂ ਜੀਵਨ ਦੇ ਵਿੱਚ। ਤੋ ਲక్ష్ਮੀ ਦੀ ਪੂਜਾ ਮਤਲਬ ਉਹ ਪੈਸੇ ਰੂਪ 'ਚ ਨਹੀਂ ਕਰਨੀ, ਇਹ ਸੱਚ ਵੀ ਲక్ష్ਮੀ ਹੈ। ਜਦੋਂ ਪਰਮਾਤਮਾ ਦੀ ਨਾਰਾਇਣ ਦੀ ਚਰਨਾਂ ਦੀ ਦਾਸੀ ਕਹਿੰਦੇ ਆਪਾਂ, ਪਰਮਾਤਮਾ ਦੀ ਚਰਨਾਂ ਦੀ ਦਾਸੀ, ਤਾਂ ਪਰਮਾਤਮਾ ਦੀ ਚਰਨਾਂ ਦੀ ਦਾਸੀ ਕੋਈ ਛੋਟੀ ਸ਼ਕਤੀ ਨਹੀਂ ਹੋ ਸਕਦੀ। ਇਹ ਸਾਰੇ ਗੁਣ ਨੇ, ਲక్ష్ਮੀ ਦੇ ਸਾਰੇ ਗੁਣ ਆ। ਇਸ ਕਰਕੇ ਇਹ ਸੰਗਤ ਜੀ ਮੈਨੂੰ ਸਵਾਲ ਮੇਰਾ ਹੀ ਸੀਗਾ ਕੁਐਸਚਨ, ਤਾਂ ਗੁਰੂ ਅਰਜਨ ਦੇਵ ਜੀ ਨੇ ਮੈਨੂੰ ਆਨਸਰ ਦਿੱਤਾ। ਮੈਂ ਕਿਹਾ ਮਹਾਰਾਜ ਜੀ ਆਪਾਂ ਵੈਸੇ ਕਹਿੰਦੇ ਪੈਸੇ ਦਾ ਇੰਨਾ ਮੋਹ ਨਹੀਂ ਚਾਹੀਦਾ ਜਾਂ ਕੁਛ ਵੀ, ਤਾਂ ਗੁਰੂ ਮਹਾਰਾਜ ਜੀ ਨੇ ਤਾਂ ਸ਼ਬਦ ਰਚਿਆ ਕਿ ਜਦ ਤੂੰ ਮੇਰੇ ਵੱਲ ਹੈ ਤਾਂ ਕਿਆ ਮੈਂ ਛੰਦਾ, ਤੂੰ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ, ਲక్ష్ਮੀ ਤੋਟ ਨਾ ਆਵਈ ਖਾਏ ਖਰਚ ਰਹਿੰਦਾ। ਤੋ ਉਹ ਲక్ష్ਮੀ ਦੀ ਮਹਾਰਾਜ ਨੇ ਵੀ ਕਿਹਾ ਵੀ ਦੀ ਤੋਟਾ ਨਹੀਂ ਆਉਂਦੀ ਕੋਈ। ਸੋ ਲక్ష్ਮੀ ਦੇ ਇੰਨੇ ਰੂਪ, ਫਿਰ ਉਹ ਕਿਸੇ ਨਾ ਕਿਸੇ ਰੂਪ 'ਚ ਮੈਨੂੰ ਆਹ ਜਿਹੜਾ ਮੈਸੇਜ ਮਿਲ ਗਿਆ ਵੀ ਲక్ష్ਮੀ ਇਕੱਲਾ ਪੈਸਾ ਨਹੀਂ ਆ, ਜਿਹਦੇ ਵੱਲ ਪਰਮਾਤਮਾ ਹੋ ਜਾਵੇ ਆ ਉਹਦੇ ਕੋਲ ਸੱਚ, ਉਹਦਾ ਧਰਮ, ਉਹਦਾ ਗਿਆਨ, ਉਹਦੇ ਸ਼ੁਭ ਗੁਣ ਉਹਦੇ ਜੀਵਨ 'ਚੋਂ ਜਾਣ ਕੇ ਨਹੀਂ। ਹਾਂ ਸੰਗਤ ਜੀ ਇੱਕ ਹੋਰ ਸ਼ਕਤੀ ਵੀ ਅੰਦਰੋਂ ਨਿਕਲ ਕੇ ਗਈ ਸੀ, ਉਹਦੀ ਮਧੁਰਤਾ, ਉਹਦੀ ਮਿਠਾਸ। ਹੁਣ ਕਿਹਾ ਤੂੰ ਬੋਲੇਗਾ ਤੇਰੀ ਲੜਾਈ ਹੋਇਆ ਕਰੇਗੀ, ਤੇਰੀ ਇੱਦਾਂ ਦੀ ਇਹ ਵੀ ਸ਼ਕਤੀ ਅੰਦਰੋਂ ਚੱਲ ਜਾਏਗੀ। ਸੋ ਰੱਬੀ ਗੁਣ ਵੀ ਲక్ష్ਮੀ ਦਾ ਰੂਪ ਆ।
ਸੋ ਘਰ 'ਚ ਚੀਜ਼ਾਂ ਆਉਣੀਆਂ, ਪੈਸਾ ਆਉਣਾ, ਮਾਨ ਸਨਮਾਨ ਮਿਲਣਾ, ਅਗਰ ਇਹਨੂੰ ਅੱਛੇ ਪਾਸੇ ਲਾਉਂਦੇ ਹਾਂ ਤਾਂ ਇਹ ਲਕਸ਼ਮੀ ਦਾ ਹੀ ਰੂਪ ਆ। ਅਗਰ ਇਹ ਚੀਜ਼ਾਂ ਪੈਸਾ ਆਉਂਦੀਆਂ ਇਹਦਾ ਅਸੀਂ ਹੰਕਾਰ ਕਰਦੇ ਹਾਂ, ਗੰਦੇ ਕੰਮਾਂ 'ਚ ਖਰਚਦੇ ਹਾਂ, ਤਾਂ ਇਹ ਮਾਇਆ ਦਾ ਰੂਪ ਹੋ ਜਾਂਦਾ ਹੈ, ਜਿਹੜਾ ਸਾਨੂੰ ਰੱਬ ਤੋਂ ਦੂਰ ਕਰ ਲਵੇ। ਕੋਈ ਵੀ ਸਾਡਾ ਜਿਹੜਾ ਕਰਮ ਆ, ਜਿਹੜਾ ਸਾਨੂੰ ਵਾਹਿਗੁਰੂ ਤੋਂ ਦੂਰ ਲੈ ਕੇ ਜਾਂਦਾ, ਉਹ ਮਾਇਆ ਦਾ ਰੂਪ ਆ। ਅਗਰ ਪੈਸਾ ਵੀ ਅਸੀਂ ਅੱਛੇ ਕਾਰਜਾਂ 'ਚ ਲਾ ਰਹੇ ਹਾਂ ਆਪਣੇ ਕਲਿਆਣ ਲਈ, ਕਿਸੇ ਹੋਰ ਦੇ ਕਲਿਆਣ ਦੇ ਲਈ, ਉਹ ਲਕਸ਼ਮੀ ਦਾ ਰੂਪ ਹੈ। ਸੋ ਲਕਸ਼ਮੀ ਦੀ ਪੂਜਾ ਕਰਨ ਦੀ ਜ਼ਰੂਰਤ ਨਹੀਂ, ਪੂਜਾ ਨਾਮ ਪਰਮਾਤਮਾ ਦੀ ਕਰਨੀ ਆ। ਪੂਜਾ ਕੀਚੇ ਨਾਮ ਤੇ ਆਈਏ, ਮੈਂ ਨਾਵੇਂ ਪੂਜਣਾ ਹੋਏ। ਨਾਮ ਨਾਮ ਜਪੀਏ। ਨਾਮ ਜਪਣ ਦਾ ਮਤਲਬ ਜੋ ਵਾਹਿਗੁਰੂ ਤਾਂ ਜਪਣਾ ਹੀ ਆ, ਮੂਲ ਮੰਤਰ ਤਾਂ ਜਪਣਾ ਹੀ ਆ, ਬਾਣੀਆਂ ਤਾਂ ਪੜ੍ਹਨੀਆਂ ਹੀ ਆ, ਲੇਕਿਨ ਨਾਲ ਨਾਲ ਗੁਰੂ ਮਹਾਰਾਜ ਜੀ ਜਿਹੋ ਜਿਹਾ ਸਾਨੂੰ ਜੀਵਨ ਜਿਉਣ ਨੂੰ ਕਹਿੰਦੇ ਨੇ, ਉਹੋ ਜਿਹਾ ਸੰਗਤ ਜੀ ਅਸੀਂ ਜੀਵਨ ਜੀਣਾ ਹੈ। ਫਿਰ ਦੇਖੋ ਲਕਸ਼ਮੀ 2 ਹੱਥ ਜੋੜ ਕੇ ਸਾਡੇ ਦੁਆਰੇ ਤੇ ਖੜੀ ਹੋਏਗੀ। ਮਤਲਬ ਜਿਹਦੇ ਕੋਲ ਸੱਚ ਆ, ਜਿਹਦੇ ਕੋਲ ਧਰਮ ਆ ਸਾਰੇ ਗੁਣ ਉਹਦੇ ਕੋਲ ਹੋਣਗੇ। ਸੋ ਬੜਾ ਅਸੀਂ ਪੈਸੇ ਦੇ ਲਈ ਪਾਠ ਕਰੀ ਤੇ ਉਹਦੇ ਲਈ ਪਾਠ ਨਹੀਂ, ਪਾਠ ਅਸੀਂ ਕਰਨਾ ਆਪਣੇ ਸੱਚ ਲਈ, ਅਸੀਂ ਧਰਮ ਲਈ। ਇਹ ਕਦੋਂ ਵੀ ਸਵਾਸ ਨਿਕਲ ਸਕਦੇ ਨੇ। ਸਾਡੇ ਅੰਦਰ ਇਮਾਨਦਾਰੀ ਆ ਜਾਵੇ, ਸਾਡੇ ਅੰਦਰ ਸੱਚ ਆ ਜਾਵੇ, ਸਾਡੇ ਅੰਦਰ ਰੱਬੀ ਗੁਣ ਪ੍ਰਵੇਸ਼ ਹੋ ਜਾਣ, ਉਹ ਲਾਈਟ, ਉਹ ਪ੍ਰਕਾਸ਼, ਉਹ ਨਾਮ ਦਾ ਦੀਵਾ ਸਾਡੇ ਅੰਦਰ ਜਗ ਜਾਵੇ। ਇਹ ਅਸੀਂ ਬੰਦੀ ਛੋੜ ਦਿਵਸ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਸੀਂ ਇਹ ਬੇਨਤੀਆਂ ਕਰਦੇ ਹਾਂ ਕਿ ਗੁਰੂ ਮਹਾਰਾਜ ਜੀ ਸਾਨੂੰ ਬੰਧਨਾਂ ਤੋਂ ਮੁਕਤ ਕਰੋ। ਸਾਨੂੰ ਬੰਧਨ ਨੇ ਮਨ ਦੀਆਂ ਮੈਲਾਂ ਦੇ, ਸਾਨੂੰ ਬੰਧਨ ਨੇ ਸਾਡੀਆਂ ਵਿਕਾਰਾਂ ਦੇ, ਸਾਨੂੰ ਬੰਧਨ ਨੇ ਸਾਡੇ ਔਗਣਾਂ ਦੇ, ਸਾਨੂੰ ਬੰਧਨ ਨੇ ਸਾਡੇ ਵਿੱਚ ਜਿਹੜੀ ਮਿਹਰ ਤੇਰੇ ਹੈ ਇਹਦੇ ਵਿੱਚ ਅਸੀਂ ਫਸੇ ਹਾਂ, ਮੇਰਾ ਤੇ ਆ ਤੇਰਾ ਹੈ ਨਾ। ਇਹ ਮੈਲਾਂ ਜਿਹੜੀਆਂ ਨੇ, ਜਿਹਨੂੰ ਰਾਗ ਅਨੁਰਾਗ ਵੀ ਕਹਿ ਦਿੰਦੇ ਹਾਂ ਅਸੀਂ, ਇਹਨਾਂ ਬੰਧਨਾਂ ਤੋਂ ਸਾਨੂੰ ਮੁਕਤ ਕਰਕੇ ਮਹਾਰਾਜ ਜੀ, ਮਹਾਰਾਜ ਕਹਿੰਦੇ ਬੰਦ ਕਲਾਸੀ ਭਾਣੇ ਹੋਏ ਹੈ ਨਾ। ਤਾਂ ਆਪਣੇ ਭਾਣੇ ਵਿੱਚ, ਆਪਣੀ ਰਜਾ ਵਿੱਚ ਰੱਖ ਕੇ ਸਾਨੂੰ ਬੰਧਨਾਂ ਤੋਂ ਮੁਕਤ ਕਰਕੇ ਨਾਮ ਦਾ ਦੀਵਾ ਸਾਡੇ ਅੰਦਰ ਜਗਾਓ ਮਹਾਰਾਜ ਜੀ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਕਿਹਾ, ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇ ਹੈ ਨਾ। ਇਹ ਸਾਨੂੰ ਜਿਹੜਾ ਐਡਾ ਵਿਛੋੜੇ ਦਾ ਦੁੱਖ ਚੰਬੜਿਆ ਹੋਇਆ, ਵਾਹਿਗੁਰੂ ਜੀ ਤੋਂ ਵਿਛੜੇ ਹੋਏ ਆ, ਇਹ ਵਿਛੋੜੇ ਦਾ ਦੁੱਖ ਦੂਰ ਹੋ ਜਾਵੇ ਤਾਂ ਇੱਕ ਨਾਮ ਦਾ ਚਾਨਣ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਜਿਹੜਾ ਸਾਡੀ ਦੇਹੀ ਵਿੱਚ ਹੀ ਵਸ ਆਇਆ, ਉਹ ਸਾਡੇ ਅੰਦਰ ਨਾਮ ਦਾ ਦੀਵਾ ਜਗ ਜਾਵੇ, ਨਾਮ ਦੀ ਰੋਸ਼ਨੀ ਹੋ ਜਾਵੇ, ਸੱਚਾ ਪ੍ਰਕਾਸ਼ ਸਾਡੇ ਅੰਦਰ ਹੋ ਜਾਵੇ। ਇਹ ਅਸੀਂ ਸਤਿਗੁਰਾਂ ਦੇ ਚਰਨਾਂ ਵਿੱਚ ਸਾਰੀ ਸੰਗਤ ਬੇਨਤੀਆਂ ਕਰਦੇ ਹਾਂ। ਤਾਂ ਸਤਿਗੁਰਾਂ ਦਾ ਜੀਵਨ ਸਾਨੂੰ ਦੱਸਦਾ, ਭਾਈ ਪਰਉਪਕਾਰੀ ਹੋ ਜਾਓ। ਸਤਿਗੁਰ ਨੂੰ ਕੌਣ ਕੈਦ ਕਰ ਸਕਦਾ ਹੈ? ਇਹ ਲੀਲਾ ਹੁੰਦੀ ਸਤਿਗੁਰਾਂ ਦੀ। ਸਤਿਗੁਰਾਂ ਦਾ ਉੱਥੇ ਗਵਾਲੀਅਰ ਜਾਣਾ, ਉਹ ਕਰਦੇ ਪੁਕਾਰਾਂ ਕਰਦੇ ਹੋਣਗੇ ਪਰਮਾਤਮਾ ਦੇ ਚਰਨਾਂ ਵਿੱਚ, ਸਾਨੂੰ ਕੈਦ ਤੋਂ ਛੁਡਾਇਆ ਜਾਵੇ, ਤਾਂ ਮਹਾਰਾਜ ਜੀ ਜਾ ਕੇ ਉਹਨਾਂ ਨੂੰ ਛੁਡਾ ਕੇ ਲੈ ਕੇ ਆਏ। ਤੋ ਇਹ ਅਸੀਂ ਵੀ ਬੇਨਤੀਆਂ ਕਰੀਏ, ਮੈਂ ਮਹਾਰਾਜ ਜੀ ਸਾਡੇ ਜੀਵਨ ਵਿੱਚ ਵੀ ਪਰਉਪਕਾਰ ਆ ਜਾਵੇ। ਆਪ ਕਸ਼ਟ ਹੀ ਝੱਲਿਆ ਨਾ ਮਹਾਰਾਜ ਜੀ, ਉੱਥੇ ਕੈਦ ਵਿੱਚ ਰਹਿ ਕੇ ਫਿਰ ਉਹਨਾਂ ਦਾ ਕਲਿਆਣ ਕੀਤਾ। ਸੋ ਜੀਵਨ ਵਿੱਚ ਕਿਸੇ ਦਾ ਭਲਾ ਕਰਨ ਦੇ ਲਈ ਕਈ ਵਾਰ ਸਾਨੂੰ ਕਸ਼ਟ ਉਠਾਉਣੇ ਪੈ ਜਾਂਦੇ ਨੇ। ਆਪਣਾ ਹੀ ਹਰ ਵੇਲੇ ਸੁੱਖ ਨਹੀਂ ਭਾਲੀ ਜਾਣਾ ਵੀ ਮੇਰੀ ਦੇਹ ਨੂੰ ਕਸ਼ਟ ਨਾ ਹੋਵੇ, ਮੈਨੂੰ ਕੁਛ ਨਾ ਕਰਨਾ ਨਾ ਪਵੇ, ਨਹੀਂ। ਸੋ ਸੁੱਖ ਘਰ ਤੋਂ ਦੇਣਾ ਸ਼ੁਰੂ ਕਰੋ। ਪਹਿਲਾਂ ਆਪਣੇ ਘਰ 'ਚ ਸੁੱਖ ਦਿਓ, ਫਿਰ ਜਿੱਥੇ ਵੀ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਿਚਰਦੇ ਹੋ ਉੱਥੇ ਸੁੱਖ ਦਿਓ, ਹੈ ਨਾ। ਕੋਈ ਉਹ ਨੈਗੇਟਿਵਿਟੀ ਵਾਲੇ ਮੈਸੇਜ, ਨੈਗੇਟਿਵਿਟੀ ਵਾਲੀਆਂ ਗੱਲਾਂ ਦੀ ਚਰਚਾ ਇੱਦਾਂ ਦੀ ਨਾ ਕਰਿਆ ਕਰੋ। ਕੋਈ ਕਰਨੀ ਹੁੰਦੀ ਸਤਸੰਗ ਦੀ, ਕੋਈ ਰੱਬ ਦੇ ਰਾਹ ਦੀ, ਕੋਈ ਅੱਛੀ, ਕੋਈ ਪੋਜ਼ਿਟਿਵਿਟੀ ਦੀ, ਜਿਹਦੇ ਨਾਲ ਆਪਣੀ ਰੂਹ ਦਾ ਵੀ ਕਲਿਆਣ ਹੋਵੇ, ਕਿਸੇ ਹੋਰ ਦਾ ਵੀ ਹੋਵੇ, ਹੈ ਨਾ। ਸੋ ਇੱਕ ਦੀਵੇ ਤੋਂ ਦੂਸਰਾ ਦੀਵਾ ਜਗਾਈ ਜਾਂਦੇ ਆ, ਤਾਂ ਸਤਿਗੁਰਾਂ ਦੀ ਬਾਣੀ ਦਾ ਗਿਆਨ ਲੈ ਕੇ ਕਿਸੇ ਹੋਰ ਦੇ ਜੀਵਨ ਵਿੱਚ ਵੀ ਅਸਰ ਹੋ ਜਾਵੇ। ਪਹਿਲਾਂ ਸਭ ਤੋਂ ਆਪਣਾ ਧਿਆਨ ਰੱਖਣਾ ਵੀ ਜਿਹੜਾ ਉਪਦੇਸ਼ ਅਸੀਂ ਕਿਸੇ ਨੂੰ ਦੇ ਰਹੇ ਹਾਂ, ਉਹ ਕੀ ਅਸੀਂ ਆਪਣੇ ਜੀਵਨ ਵਿੱਚ ਉਤਾਰ ਰਹੇ ਹਾਂ, ਨਹੀਂ ਉਤਾਰ ਰਹੇ। ਬਾਰ-ਬਾਰ ਬੇਨਤੀਆਂ ਕਰਕੇ ਉੱਤੇ ਫੋਕਸ ਕਰਕੇ ਉਹ ਲੈ ਕੇ ਆਈਏ ਆਪਣੇ ਜੀਵਨ ਵਿੱਚ, ਉਹ ਰੱਬੀ ਗੁਣ, ਉਹ ਸੱਚਾ ਗੁਣ, ਉਹ ਰੂਹਾਨੀਅਤ ਦਾ ਗੁਣ, ਜਿਹਦੇ ਨਾਲ ਸਾਡੀ ਰੂਹ ਹਲਕੀ ਰਹੇ। ਜਿਹਦਾ ਇੱਕ ਬਾਹਰ ਦਾ ਦੀਵਾ ਜਗਾ ਕੇ ਲਾਈਟ ਕਰਦੇ, ਇੱਕ ਅੰਦਰੋਂ ਲਾਈਟ ਰਹੀਏ, ਹਲਕੇ ਰਹੀਏ, ਰੋਸ਼ਨ ਰਹੀਏ ਅਸੀਂ। ਸੰਗਤ ਜੀ ਬਹੁਤ ਬਹੁਤ ਧੰਨਵਾਦ ਆਪਣੀਆਂ ਸਾਰੀਆਂ ਸੰਗਤਾਂ ਦਾ, ਦਿਲ ਦੀਆਂ ਗਹਿਰਾਈਆਂ ਤੋਂ, ਹੈ ਨਾ। ਹੋਈਆਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ, ਹਮੇਸ਼ਾ ਆਪਣੀ ਕਿਰਪਾ ਦ੍ਰਿਸ਼ਟੀ ਬਣਾ ਕੇ ਰੱਖਣਾ। ਤੁਹਾਡੀ ਚਰਨਾਂ ਦੀ ਧੂੜੀ ਦੇ ਪਿੱਛੇ ਮਹਾਰਾਜ ਜੀ ਸਾਨੂੰ ਵੀ ਸੰਗਤ ਬਖਸ਼ ਦਿੰਦੇ ਨੇ, ਹਮੇਸ਼ਾ ਹੀ ਆਪਣੀ ਕਿਰਪਾ ਦ੍ਰਿਸ਼ਟੀ ਬਣਾ ਕੇ ਰੱਖਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।